ਗੁਰੂ ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਨੋਹਰਾ ਪੰਜ ਭੂਤ ਪਉ ਬਾਰ ਹਰ ਵਾਯੋ ਗਗਨ ਸਥੂਲ ਗੰਧ ਰਸ ਰੂਪ ਸਪਰਸ ਧੁਨਾ ਸੁਖਮ ਕਰਮ ਇਹ ਮੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀਤੋ ਜੀ ਦੇ ਬੇਨਤੀ ਕਰਨ ਤੇ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸਿਮਰਨ ਜੁਗਤ ਬਖਸ਼ਿਸ਼ ਕੀਤੀ। ਔਰ ਅੱਗੇ ਜੋ ਆਪਾਂ ਵਿਚਾਰ ਆਰੰਭ ਕੀਤੀ ਸੀ, ਇਹਦਾ ਮਤਲਬ ਹੈ ਕਿ ਸਾਡਾ ਮਨ ਕੀ ਹੈ, ਮਨ ਕਿੱਥੋਂ ਬਣਦਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਮਨ ਬਣਿਆ ਜਿਹਨੂੰ ਅਸੀਂ ਮਨ ਕਹਿੰਦੇ ਹਾਂ। ਬਾਹਰੀ ਤੌਰ ਤੇ ਮਨ ਹੁੰਦਾ ਹੈ 40 ਸੇਰ ਦਾ। ਉਹਨੂੰ 40 ਸੇਰ ਦਾ ਜੋ ਹੁੰਦਾ ਭਾਵ 40 ਸੇਰ ਇਕੱਠੇ ਹੋਣਗੇ ਤਾਂ ਇੱਕ ਮਨ ਹੋਊਗਾ। ਜੇ ਉਹ 'ਚੋਂ ਇੱਕ ਸੇਰ ਵੀ ਘਟ ਗਿਆ ਤੇ ਉਹਨੂੰ ਕਿਸੇ ਨੇ ਮਨ ਨਹੀਂ ਕਹਿਣਾ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਸਾਡਾ ਮਨ ਹੈ ਜਿਹੜਾ, ਇਹ 40 ਪੁਆਇੰਟਾਂ ਨੂੰ ਮਿਲਾ ਕੇ ਮਨ ਬਣਦਾ। ਤੁਹਾਡੇ ਸਰੀਰ ਦੇ ਉਹ ਸਾਰੇ ਪੁਆਇੰਟ ਪਾਤਸ਼ਾਹ ਇੱਥੇ ਦੱਸਦੇ ਆ, ਜੇ ਉਹ ਸਾਰੇ ਪੁਆਇੰਟ ਕਿਸੇ ਗੱਲ ਤੇ ਕੇਂਦਰਿਤ ਹਨ ਤਾਂ ਤੁਹਾਡਾ ਮਨ ਬਣ ਗਿਆ, ਤੁਸੀਂ ਉਹ ਕੰਮ ਕਰਨ ਨੂੰ ਤਿਆਰ ਹੈ। ਮੰਨ ਲਓ ਤੁਸੀਂ ਘਰੋਂ ਗੁਰੂ ਆਉਣ ਲਈ ਤਿਆਰ ਹੋ ਔਰ ਗੁਰੂ ਘਰ ਆਉਣ ਵਾਸਤੇ ਤੁਹਾਨੂੰ ਪੈਰ ਚਾਹੀਦੇ ਆ, ਜ਼ਰੂਰੀ ਗੱਲ ਹੈ, ਤੁਰ ਕੇ ਆਉਣਾ। ਔਰ ਅਗਰ ਗੁਰੂ ਪਿਆਰਿਓ ਤੁਹਾਡੀ ਉਹਨਾਂ 40 ਦੇ ਵਿੱਚੋਂ ਇਕੱਲਾ ਪੈਰ ਹੀ ਦੁਖਣ ਲੱਗ ਜਾਵੇ ਤਾਂ ਤੁਸੀਂ ਕਹੋਗੇ ਮਨ ਨਹੀਂ ਬਣਦਾ ਯਾਰ, ਅੱਜ ਨਹੀਂ ਜਾਂਦੇ। ਕਹੋ ਸਤਿਨਾਮ। ਭਾਵ ਇਹ ਜਿਹੜੇ ਆਪਾਂ ਕੱਲ ਪੁਆਇੰਟ ਗਿਣ ਰਹੇ ਸੀ ਨਾ, 5 ਤੱਤ, 5 ਕਰਮ ਇੰਦਰੇ, 5 ਗਿਆਨ ਇੰਦਰੇ, 15 ਤੇ ਗੁਰੂ ਪਿਆਰਿਓ 25 ਪ੍ਰਕਿਰਤੀਆਂ। ਇਸ ਤਰ੍ਹਾਂ 5 ਤੱਤਾਂ ਦੀਆਂ 25 ਪ੍ਰਕਿਰਤੀਆਂ, 25 ਤੇ 15 40। ਇਹਨਾਂ 40 ਨੂੰ ਬੁਲਾ ਕਰਕੇ ਸੂਖਮ ਮਨ ਬਣਦਾ ਹੈ।
ਉਹ ਆਪਾਂ ਕੁਝ ਸਰਵਣ ਕੀਤਾ ਸੀ। ਆਓ ਆਰੰਭ ਕਰਕੇ ਸਰਵਣ ਕਰਦੇ ਹਾਂ ਕਿ ਮਨ ਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਇੱਕ ਥਾਂ ਇਕੱਠੇ ਹੋਣ। ਇਹਨੂੰ ਅੰਤਸ਼ਕਰਨ ਵੀ ਕਹਿ ਦਿੰਦੇ ਹਨ। ਮਨ, ਬੁੱਧ, ਚਿੱਤ, ਹੰਕਾਰ। ਹੰਕਾਰ ਦਾ ਮਤਲਬ ਹੈ ਮੈਂ। ਬੁੱਧੀ, ਚਿੱਤ ਤੇ ਮਨ, ਇਹ ਚਾਰੇ ਇਕੱਠੇ ਕੰਮ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਆਓ ਸਾਡੇ ਪੰਜਾਂ ਤੱਤਾਂ ਦੇ ਸਰੀਰ ਵਿੱਚ ਕੀ ਕੁਝ ਹੈ, ਕਿਵੇਂ ਕਿਵੇਂ ਕਾਰਜ ਕਰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੋਰਖਨਾਥ ਦੇ ਚੇਲਿਆਂ ਦੀ ਤਸੱਲੀ ਕਰਾਈ, ਜੋਗੀਆਂ ਦੀ। ਉਹਨਾਂ ਨੇ ਵੀ ਸਰੀਰ ਦੇ ਵਿਸ਼ੇ ਤੇ ਬੜਾ ਕੁਝ ਪੁੱਛਿਆ। ਜੇ ਤੁਸੀਂ ਉਹ ਵਿਚਾਰਾਂ ਪੜ੍ਹਨੀਆਂ ਹੋਣ ਤੇ ਸਿੱਧ ਗੋਸ਼ਟ ਵਿਚਾਰ ਲਓ, ਉਹਦੇ ਵਿੱਚ ਇਹ ਸਾਰਾ ਕੁਝ ਹੈ। ਔਰ ਜਨਮ ਸਾਖੀ ਵਿੱਚ ਬਾਬੇ ਨਾਨਕ ਜੀ ਦੀ ਜਨਮ ਸਾਖੀ ਵਿੱਚ ਬੜੀਆਂ ਖੁੱਲ੍ਹੀਆਂ ਵਿਚਾਰਾਂ ਦੱਸੀਆਂ। ਜੋ ਉਹਨਾਂ ਨੇ ਪੁੱਛਿਆ ਪਾਤਸ਼ਾਹ ਨੇ ਉਵੇਂ ਦੱਸਣਾ ਕੀਤਾ ਉਹਨਾਂ ਨੂੰ। ਅਖੀਰ ਉਹ ਹਾਰ ਗਏ। ਬਾਬੇ ਨਾਨਕ ਨੂੰ ਆਪਣਾ ਚੇਲਾ ਬਣਾਉਣ ਨੂੰ ਫਿਰਦੇ ਸੀ। ਅਖੀਰ ਉਹਨਾਂ ਨੂੰ ਬਾਬੇ ਨਾਨਕ ਦੇ ਪੈਰੀਂ ਪੈਣਾ ਪਿਆ। ਖੈਰ, ਆਓ ਕਥਾ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੋਟੇ ਤੌਰ ਤੇ ਅਸੀਂ ਜਾਣਦੇ ਹਾਂ ਸਾਡੇ ਸਰੀਰ ਨੂੰ ਜਾਂ ਆਲ ਵਰਲਡ ਨੂੰ ਹੀ ਸਾਰੇ ਜੀਵ ਜੰਤੂਆਂ ਨੂੰ 5 ਤੱਤ ਲੱਗੇ ਹਨ। ਔਰ ਇਹਨਾਂ 5 ਤੱਤਾਂ ਵਿੱਚ ਆਉਂਦੇ ਹਨ ਭੂਮੀ ਭਾਵ ਮਿੱਟੀ, ਧਰਤੀ, ਔਰ ਬਾਹਰ ਹੁੰਦਾ ਪਾਣੀ, ਔਰ ਅਗਨੀ, ਵਾਯੂ, ਹਵਾ ਤੇ ਆਕਾਸ਼। ਇਹ 5 ਤੱਤਾਂ ਦਾ ਸਾਡਾ ਸਰੀਰ ਬਣਿਆ ਹੈ। ਗੰਧ ਰਸ ਰੂਪ ਸਪਰਸ਼ ਧੁਨ ਸੂਖਮ ਕਰਮ ਇਹ ਮੂਲ। ਇਹਨਾਂ 5 ਤੱਤਾਂ ਦੇ ਵਿੱਚੋਂ ਪੈਦਾ ਹੋਇਆ ਗੰਧ, ਖੁਸ਼ਬੂ। ਮਿੱਟੀ ਦਾ ਤੱਤ ਹੈ ਗੁਰੂ ਪਿਆਰਿਓ ਨੱਕ। ਇਹ ਮਿੱਟੀ ਦਾ ਤੱਤ ਹੈ। ਇਹਦੇ ਵਿੱਚੋਂ ਗੰਧ, ਖੁਸ਼ਬੂ, ਬਦਬੂ ਜਿਹੜੀ ਹੈ ਉਹਨੂੰ ਇਹ ਫੀਲ ਕਰਦਾ ਹੈ, ਫੜਦਾ ਹੈ। ਔਰ ਜੀਭ ਜਿਹੜੀ ਹੈ ਇਹ ਰਸ, ਇਹ ਪਾਣੀ ਦਾ ਤੱਤ ਹੈ। ਇਹ ਰਸਾਂ ਨੂੰ ਲੈਂਦੀ ਹੈ, ਰਸਾਂ ਬਾਰੇ ਦੱਸਦੀ ਆ। ਔਰ ਅਗਨੀ ਜਿਹੜੀ ਹੈ ਇਹਦਾ ਤੱਤ ਜਿਹੜਾ ਬਣਿਆ ਅੱਗੇ ਰੂਪ ਵੇਖਣਾ, ਭਾਵ ਜੋ ਸਾਰਾ ਦਿਸ ਰਿਹਾ ਇਹ ਰੂਪ, ਇਹ ਅਗਨ ਤੱਤ ਕਰਕੇ ਹੈ। ਤੇ ਜਦੋਂ ਕੋਈ ਸਰੀਰ ਦੇ ਵਿੱਚੋਂ ਗੁਰੂ ਪਿਆਰਿਓ ਉੱਡ ਜਾਂਦਾ ਹੈ, ਮਰ ਜਾਂਦਾ ਹੈ ਤੇ ਸਰੀਰ ਜਿਹੜਾ ਸਾਰਾ ਠੰਡਾ ਹੋ ਜਾਂਦਾ, ਉਸ ਵੇਲੇ ਪਹਿਲਾਂ ਇਹ 'ਚੋਂ ਅਗਨੀ ਤੱਤ ਨਿਕਲਦਾ ਹੈ ਤੇ ਰੂਪ ਜਿਹੜਾ ਇਸ ਦਾ ਕਾਲਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਅਗਨੀ ਤੱਤ ਦਾ ਅੰਗ ਹੈ ਸਾਡੀਆਂ ਅੱਖਾਂ। ਇਸੇ ਤਰ੍ਹਾਂ ਹੀ ਅੱਗੇ ਗੁਰੂ ਪਿਆਰਿਓ ਹੈ ਸਪਰਸ਼। ਤੇ ਸਪਰਸ਼ ਦਾ ਜਿਹੜਾ ਅੰਗ ਹੈ ਉਹ ਹੈ ਸਾਡੇ ਹੱਥ। ਹੱਥਾਂ ਦਾ ਸਿੱਧਾ ਪਾਸਾ ਜਦੋਂ ਆਪਾਂ ਕਿਤੇ ਇਸ ਤਰ੍ਹਾਂ ਲਾਉਣੇ ਆ, ਸਪਰਸ਼ ਕਰਦੇ ਹਾਂ, ਤਾਂ ਇੱਥੋਂ ਹੀ ਕਨੈਕਸ਼ਨ ਹੋ ਕੇ ਸਾਡੇ ਦਿਮਾਗ 'ਚ ਸੁਨੇਹਾ ਜਾਂਦਾ ਹੈ ਵੀ ਸਾਡਾ ਹੱਥ ਕਾਸ 'ਤੇ ਲੱਗਿਆ। ਕੋਈ ਸਤਨਾਮ ਸੀ। ਇਹ ਸਪਰਸ਼ ਤੇ ਇਹ ਹੈ ਹੱਥ। ਤੇ ਇਸੇ ਤਰ੍ਹਾਂ ਹੀ ਪੈਰ ਵੀ ਜਿਹੜਾ ਇਹ ਵੀ ਸਪਰਸ਼ ਅੰਗ ਵਿੱਚ ਆ ਜਾਂਦੇ ਨੇ। ਅਤੇ ਧੁਨ ਜਿਹੜਾ ਹੈ ਇਹ ਹੈ ਕੰਨ। ਇਹ ਜਿਹੜਾ ਹੈ ਆਕਾਸ਼ ਦਾ ਅੰਗ ਹੈ। ਜਿਹੜਾ 5ਵਾਂ ਆਕਾਸ਼ ਹੈ ਸਾਡੇ ਵਿੱਚ ਜੁੜਿਆ ਹੋਇਆ। ਆਕਾਸ਼, ਹੁਣ ਤੁਸੀਂ ਕਹੋਗੇ ਵੀ ਆਕਾਸ਼ ਕਿੱਥੇ ਆ? ਆਕਾਸ਼ ਤਾਂ ਹੈ ਨਹੀਂ। ਧਰਤੀ ਤੋਂ ਲੈ ਕੇ ਆਕਾਸ਼ ਤੱਕ ਇਸ ਨੂੰ ਸਾਰੇ ਨੂੰ ਆਕਾਸ਼ ਹੀ ਕਹਿੰਦੇ ਆ, ਖਾਲੀ ਥਾਂ ਨੂੰ। ਸਮਾਨ ਤਿਆਰ ਤਾਂ ਕਰ ਲਾਂਗੇ, ਉਹਨੂੰ ਰੱਖਣ ਵਾਸਤੇ ਜੋ ਚਾਹੀਦਾ ਉਹਨੂੰ ਪਲਾੜ ਕਹਿੰਦੇ ਆ, ਖਾਲੀ ਥਾਂ ਕਹਿੰਦੇ ਆ, ਆਕਾਸ਼ ਕਹਿੰਦੇ ਆ। ਆਪਾਂ ਨੂੰ ਇਸ ਖਾਲੀ ਥਾਂ ਵਿੱਚ ਟਿਕਾਇਆ ਹੋਇਆ ਸ੍ਰਿਸ਼ਟੀ ਨੂੰ, ਇਸ ਕਰਕੇ ਇਹ ਵੀ ਸਾਡਾ ਇੱਕ ਅੰਗ ਹੈ। ਤੇ ਕੰਨ ਜਿਹੜੇ ਹਨ ਇਹ ਆਕਾਸ਼ ਤੱਤ ਦੇ ਆ। ਇਹ ਆਵਾਜ਼ ਫੜਦੇ ਆ। ਆਵਾਜ਼ ਸਾਡੀ ਆਕਾਸ਼ ਵਿੱਚ ਫੈਲਦੀ ਹੈ, ਪਲਾੜ ਵਿੱਚ ਫੈਲਦੀ ਹੈ। ਇਹ ਕਰਮਵਾਰ ਮੂਲ ਇਹਨਾਂ ਦੀ ਜੜ ਹਨ। ਪ੍ਰਾਨ ਅਪਾਨ ਸਮਾਨ ਤ੍ਰਹਿ ਪੁੰਨ ਬਿਆਨ ਉਦਿਆਨ। ਔਰ ਇਹਨਾਂ 5 ਹੀ ਅੰਗਾਂ ਦੇ ਵਿੱਚ 5 ਤਰ੍ਹਾਂ ਦੀ ਹਵਾ ਵਗਦੀ ਹੈ। ਕੱਲ ਬੇਨਤੀ ਕੀਤੀ ਸੀ ਬਈ ਇੱਕ ਸਵਾਸ ਅੱਗੇ ਜਾ ਕੇ 17 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਦੇ ਵਿੱਚੋਂ ਇੱਕ ਪ੍ਰਾਣ ਹਵਾ ਹੈ। ਗੁਰੂ ਪਿਆਰਿਓ, ਜਿਹੜੀ ਪ੍ਰਾਣ ਹਵਾ ਹੈ ਇਹ ਸਾਡੇ ਪ੍ਰਾਣ ਹਨ, ਹਿਰਦੇ ਵਿੱਚ ਚੱਲਦੀ ਹੈ। ਧੁੰਨੀ ਤੋਂ ਲੈ ਕੇ ਨੱਕ ਤੱਕ ਇਹ ਪ੍ਰਾਣ ਹਵਾ ਚੱਲਦੀ ਹੈ। ਇਹ ਸਾਨੂੰ ਸਵਾਸ ਦਿੰਦੀ ਹੈ, ਚੱਲਦਾ ਰੱਖਦੀ ਹੈ। ਔਰ ਜਿਹੜੀ ਅਪਾਨ ਹਵਾ ਹੈ ਇਹ ਗੁਦਾ ਵਿੱਚੋਂ ਜੋ ਗੰਦੀ ਹਵਾ ਨਿਕਲਦੀ ਹੈ ਉੱਥੇ ਅਪਾਨ ਹਵਾ ਕੰਮ ਕਰਦੀ ਹੈ। ਤੇ ਜਿਹੜੀ ਸਮਾਨ ਹਵਾ ਹੈ
ਉਹ ਸਾਡੀਆਂ ਨਾੜੀਆਂ ਵਿੱਚ ਨਬਜ਼ਾਂ ਚਲਾਉਂਦੀ ਹੈ, ਖੂਨ ਨੂੰ ਧੱਕਾ ਲਾਉਂਦੀ ਹੈ, ਜਿਹੜੀ ਉਹ ਸਾਡੀਆਂ ਨਾੜਾਂ ਵਿੱਚ ਫੈਲੀ ਹੋਈ ਹੈ। ਉਹ ਸਮਾਨ ਹਵਾ ਉੱਥੇ ਕੰਮ ਕਰਦੀ ਹੈ ਨਾੜਾਂ ਵਿੱਚ। ਅਤੇ ਗੁਰੂ ਪਿਆਰਿਓ ਬਿਆਨ ਹਵਾ ਜਿਹੜੀ ਹੈ ਇਹ ਸਾਡੇ ਗਲੇ ਵਿੱਚ ਕੰਮ ਕਰਦੀ ਹੈ, ਜਿਹੜਾ ਬੋਲਣ ਦਾ ਕੰਮ ਦਿੰਦੀ ਹੈ ਇਹ ਬਿਆਨ ਹਵਾ ਕੰਮ ਕਰਦੀ ਹੈ। ਤੇ ਉਦਿਆਨ ਹਵਾ ਜਿਹੜੀ ਹੈ ਇਹ ਸਾਰੇ ਹੀ ਸਰੀਰ ਵਿੱਚ ਨਾੜੀਆਂ ਦੇ ਬਾਹਰਲੇ ਪਾਸੇ ਵੀ ਫੈਲੀ ਹੋਈ ਹੈ। ਜਿਹੜੀ ਨਾੜੀਆਂ ਦੇ ਵਿੱਚ ਚੱਲਦੀ ਆ ਉਹ ਖੂਨ ਧੱਕਦੀ ਹੈ, ਬਾਹਰਲੇ ਪਾਸੇ ਵੀ ਹਵਾ ਹੈ। ਇਸ ਤਰ੍ਹਾਂ ਇਹਨਾਂ 5 ਤਰ੍ਹਾਂ ਦੇ ਰਸਾਂ ਤੋਂ ਬਾਅਦ ਇਹਨਾਂ 5 ਤੱਤਾਂ ਦੇ ਵਿੱਚ ਪ੍ਰਾਣ ਭਾਵ ਹਵਾ ਚੱਲਦੀ ਹੈ, ਸਵਾਸ ਚੱਲਦਾ ਹੈ, ਜਿਹੜਾ ਸਵਾਸ ਅੱਗੇ ਜਾ ਕੇ 17 ਹਿੱਸਿਆਂ ਵਿੱਚ ਵੰਡਿਆ ਜਾਂਦਾ ਜੀ। ਉਰ ਪਾਇਓ ਰਿਦ ਸੰਦ ਲਖ ਨਾੜੀ ਪੰਜ ਸਥਾਨ। ਇਹਨਾਂ 5 ਥਾਵਾਂ ਤੇ ਇਹ ਪ੍ਰਾਣ ਅਪਾਨ ਸਮਾਨ ਬਿਆਨ ਉਦਿਆਨ ਹਵਾ ਚੱਲਦੀ ਹੈ। ਨਾਗ ਕਛੂ ਇੱਕ ਇੱਕ ਦੀ ਦੇਵਦੱਤ ਧਨ ਜੀਤ। ਔਰ ਅੱਗੇ ਫਿਰ 5 ਤੱਤਾਂ ਦੀਆਂ ਜਿਹੜੀ ਮੈਂ 25 ਪ੍ਰਕਿਰਤੀਆਂ ਦੀ ਗੱਲ ਕੀਤੀ ਹੈ ਉਹ 25 ਪ੍ਰਕਿਰਤੀਆਂ ਇਸ ਤਰ੍ਹਾਂ ਹਨ। ਜਿਵੇਂ ਗੁਰੂ ਪਿਆਰਿਓ ਜਿਹੜਾ ਮਿੱਟੀ ਤੱਤ ਹੈ ਉਸ ਤੋਂ ਸਾਡੇ ਹੱਡ ਮਾਸ ਬਣੇ ਹਨ, ਇਸੇ ਤਰ੍ਹਾਂ ਹੀ ਅਗਨ ਤੱਤ ਤੋਂ ਸਾਡੀ ਅੱਖ ਬਣੀ ਹੈ। ਤੇ ਜਿਹੜਾ ਪਾਣੀ ਤੱਤ ਹੈ ਉਸ ਤੋਂ ਸਾਡੇ ਅੰਦਰ ਥੁੱਕ ਖੂਨ ਬੀਜ ਹੋਰ ਜਿਹੜਾ ਤਰਲ ਪਦਾਰਥ ਹੈ ਇਹ ਸਾਡਾ ਉਸ ਤੋਂ ਬਣਿਆ ਸਾਰਾ। ਇਸੇ ਤਰ੍ਹਾਂ ਹੀ 5 ਤੱਤਾਂ ਦੀਆਂ ਅੱਗੇ ਉਹਨਾਂ ਤੋਂ ਬਣੇ ਹੋਏ ਇਹ ਸਾਰੇ ਸਮਾਨ ਸਾਡੇ ਅੰਦਰ ਜੋ ਹਨ, ਚਰਬੀ ਜਿਵੇਂ ਹੈ ਇਹ ਸਾਰੇ ਤਰਲ ਪਦਾਰਥਾਂ ਵਿੱਚ ਆ ਜਾਂਦੀ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਹਨਾਂ ਦੀਆਂ ਅੱਗੇ 5 ਪ੍ਰਕਿਰਤੀਆਂ ਹੋਰ ਹਨ, ਜਿਵੇਂ ਨਾਗ ਕਛੂਆ ਕਿੜਕਲੀ ਦੇਵਦੱਤ ਧਨੰਜੈ ਆਦਿ। ਉਦਗਾਰ ਨੇਤਰ ਛਿਕ ਜਿਭਨਾ ਮੋਹਿ ਕਪਾਲੀ ਰੀਤ। ਇਹ ਹਵਾ ਦੇ ਸਵਾਸ ਦੇ ਹਿੱਸੇ ਹੋ ਜਾਂਦੇ ਆ, ਸਵਾਸ ਬਾਹਰੋਂ ਹੀ ਲੈਂਦੇ ਆ, ਅੱਗੇ ਜਾ ਕੇ 17 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਜਿਹੜੀ ਨਾਗ ਹਿੱਸਾ ਹੈ ਉਹ ਸਵਾਸ ਦਾ ਉਹ ਸਾਡੇ ਢਕਾਰ ਲਿਆਉਣ ਦਾ ਕੰਮ ਕਰਦਾ ਹੈ। ਔਰ ਜਿਹੜਾ ਕਛੂਆ ਹਵਾ ਹੈ ਉਹ ਸਾਡੀਆਂ ਪਲਕਾਂ ਨੂੰ, ਕਿੜਕਲਾ ਹਵਾ ਜਿਹੜੀ ਆ ਉਹ ਪਲਕਾਂ ਨੂੰ ਖੋਲਣ ਦਾ ਕੰਮ ਕਰਦੀ ਹੈ। ਔਰ ਇੱਕ ਹਵਾ ਸਾਡੇ ਅੰਦਰੋਂ ਛਿੱਕ ਮਾਰ ਕੇ ਜਿਹੜਾ ਵਾਧੂ ਅੰਦਰ ਗੈਸ ਬਣ ਜਾਂਦੀ ਹੈ ਉਹ ਛਿੱਕ ਰਾਹੀਂ ਵੀ ਬਾਹਰ ਕੱਢਦੀ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਛਿੱਕਣਾ ਉਸ ਦਾ ਕੰਮ ਹੈ। ਦੇਵ ਦੱਤ ਇਹਦਾ ਕੰਮ ਹੈ ਅਵਾਸੀ ਲੈਣਾ, ਤੇ ਧਨੰਜੈ ਦਾ ਕੰਮ ਹੈ ਪ੍ਰਾਣਾ ਦਾ ਬਾਹਰ ਕੱਢ ਦੇਣਾ, ਭਾਵ ਮੌਤ ਦਾ ਕੰਮ ਜਿਹੜਾ ਇਹ ਉਹ ਸਵਾਸ ਕਰਨਾ ਕਰਦਾ ਜੀ। ਪਿੰਨ ਪਿੰਨ ਸਭ ਵਾਟ ਕਰਤਰ ਤਨ ਧਾਤੂ। ਤਾਂ ਇਸ ਤਰ੍ਹਾਂ ਭਿੰਨ ਭਿੰਨ ਵੰਡ ਕੇ ਤੱਤਾਂ ਦੀਆਂ ਪ੍ਰਕਿਰਤੀਆਂ ਦੀ ਵੰਡ ਦੱਸੀ ਹੈ ਤੁਹਾਨੂੰ। ਅੰਤੇ ਕਰਨ ਸੋ ਭਿੰਨ ਕਰ ਸ਼ੀਕ ਆਤਮਾ ਸਾਟ। ਔਰ ਅੰਤਸ਼ ਕਰਨ ਨੂੰ ਪਾਸੇ ਕਰਕੇ ਬਾਕੀ ਸਾਰੇ ਮਨ ਦੇ ਹਿੱਸੇ ਹਨ, ਆਤਮਾ ਦੇ ਹਿੱਸੇ ਹਨ। ਇਹ ਗਿਆਨ ਇਹ ਜੋਗ ਹੈ, ਇਹ ਭਗਤ ਕਾ ਕਾਜ। ਇਹ ਗਿਆਨ ਹੈ, ਭਾਵ ਉਦਾਹਰਨ ਦੇ ਤੌਰ ਤੇ ਬੀਬੀਆਂ ਦਾ ਕੋਈ ਸੋਨੇ ਦਾ ਪੀਸ ਡਿੱਗ ਪਿਆ, ਮੰਨ ਲਓ ਕੋਕਾ ਡਿੱਗ ਪਿਆ, ਬਹੁਤ ਬਰੀਕ ਚੀਜ਼ ਆ, ਘਰ ਦੇ ਵਿੱਚ ਡਿੱਗ ਪਿਆ ਨਾ, ਹੁਣ ਉਹ ਲੱਭਦਾ ਨਹੀਂ ਤੇ ਫਿਰ ਬੀਬੀਆਂ ਕੀ ਕਰਦੀਆਂ, ਝਾੜੂ ਮਾਰ ਕੇ ਸਾਰਾ ਰੇਤਾ ਇਕੱਠਾ ਕਰ ਲੈਂਦੀਆਂ। ਕੋ ਸਤਨਾਮ। ਫਿਰ ਰੇਤੇ ਨੂੰ ਫਰੋਲਦੀਆਂ, ਹੌਲੀ ਹੌਲੀ ਇਹ ਡੱਕਾ ਹੈ ਸਿੱਟ ਦਿੱਤਾ, ਇਹ ਡਲੀ ਹੈ ਸਿੱਟ ਦਿੱਤੀ, ਇਹ ਰੇਤਾ ਹੈ ਇਹਨੂੰ ਪਾਸੇ ਕਰੋ। ਤਾਂ ਸਭ ਕੁਝ ਛੱਡਦਿਆਂ ਅਖੀਰ ਜਿੱਥੇ ਕਿਤੇ ਉਹ ਸੋਨੇ ਦਾ ਕੋਕਾ ਪਿਆ ਉਹ ਚੱਕ ਲਿਆ ਵੀ ਆਹ ਕੋਕਾ ਹੈ। ਕੋ ਸਤਨਾਮ। ਬਾਕੀ ਸਭ ਛੱਡਤਾ। ਤਾਂ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਆਤਮੇ ਨੂੰ ਅੱਡ ਕਰ ਲਓ ਜੀ। ਜਗ ਦਾਨ ਤੀਰਥ ਤਪਨਾ ਜਾਬਿਦ ਮਨ ਕੋ ਸਾਜ। ਬਸ ਇਹੀ ਯੋਗ ਦਾ ਪਰਮੇਸ਼ਰ ਨਾਲ ਜੁੜਨ ਦਾ ਗਿਆਨ ਹੈ, ਗਿਆਨ ਹੋ ਜਾਣਾ ਆਪਣੇ ਆਪੇ ਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਗੁਰੂ ਪਿਆਰਿਓ ਝੰਡੇ ਵਾਢੀ ਨੂੰ ਮਿਲਦੇ ਹਨ, ਟਾਪੂਆਂ ਦੀ ਸੈਰ ਕਰਦੇ ਹੋਏ ਪਹਿਲੇ ਟਾਪੂ ਤੇ ਜਾਂਦੇ ਐ ਉਥੋਂ ਦੇ ਰਾਜੇ ਨੂੰ ਮਿਲਣ ਦੇ ਲਈ, ਤੇ ਭਾਈ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇੱਥੇ ਨਾ ਇੱਕ ਝੰਡਾ ਤਰਖਾਣ ਰਹਿੰਦਾ ਇਸ ਟਾਪੂ ਤੇ, ਜਾ ਉਹਨੂੰ ਸੱਦ ਕੇ ਲਿਆ।
ਭਾਈ ਮਰਦਾਨਾ ਜੀ ਪਿੰਡ ਵਿੱਚ ਗਏ, ਪੁੱਛਦੇ ਪੁੱਛਦੇ ਕਹਿੰਦੇ ਬਈ ਇੱਥੇ ਕੋਈ ਝੰਡਾ ਵਾਢੀ ਰਹਿੰਦਾ। ਤੋ ਕਿਸੇ ਨੇ ਨਾਂ ਦੱਸਿਆ, ਹੌਲੀ ਹੌਲੀ ਝੰਡੇ ਦਾ ਦੋਸਤ ਮਿਲ ਗਿਆ ਜਿਹੜਾ ਕਿ ਰਾਜੇ ਦਾ ਭਣੇਵਾ ਸੀ, ਔਰ ਉਹ ਮਿਲ ਗਿਆ। ਉਹਨੂੰ ਪੁੱਛ ਲਿਆ ਇੱਥੇ ਝੰਡਾ ਰਹਿੰਦਾ? ਕਹਿੰਦੇ ਹਾਂ। ਚੱਲ ਮੈਨੂੰ ਮਿਲਾ ਯਾਰ। ਉਹਦੇ ਘਰੇ ਲੈ ਗਏ। ਉਹ ਮੰਜੀ ਬੁਣੀ ਜਾਂਦਾ, ਕਹਿੰਦੇ ਤਰਖਾਣ ਸੀਗਾ, ਪਹਿਲਾਂ ਬੁਣਨ ਦਾ ਕੰਮ ਵੀ ਕਰਦੇ ਸੀ ਤੇ ਠੋਕਣ ਦਾ ਕਰਦੇ ਸੀ, ਬਣਾਉਣ ਦਾ ਕਰਦੇ ਸੀ। ਤਾਂ ਗੁਰੂ ਪਿਆਰਿਓ ਕਹਿਣ ਲੱਗੇ ਝੰਡਿਆ ਆ ਬੰਦਾ ਤੈਨੂੰ ਕੋਈ ਮਿਲਣ ਆਇਆ, ਕੋਈ ਬਾਹਰੋਂ ਲੱਗਦਾ ਹੈ? ਪੁੱਛਿਆ ਹਾਂ ਭਾਈ ਦੱਸ। ਕਹਿੰਦੇ ਤੈਨੂੰ ਮੇਰੇ ਮਾਲਕ ਨੇ ਸੱਦਿਆ। ਕਹਿੰਦੇ ਕੌਣ ਹੈ ਉਹ? ਕਹਿੰਦੇ ਅਸੀਂ ਪੰਜਾਬੋਂ ਆਏ ਹਾਂ, ਨਾਨਕ ਉਹਨਾਂ ਦਾ ਨਾਮ ਹੈ। ਝੰਡਾ ਕਹਿੰਦਾ ਮੈਂ ਤਾਂ ਜਾਣਦਾ ਨਹੀਂ। ਕਹਿੰਦੇ ਤੂੰ ਨਹੀਂ ਜਾਣਦਾ, ਉਹ ਤੈਨੂੰ ਜਾਣਦੇ ਹਨ। ਕਹੋ ਸਤਿਨਾਮ। ਐਵੇਂ ਤਾਂ ਮੈਨੂੰ ਭੇਜਿਆ ਨਹੀਂ। ਝੰਡਾ ਵਾਢੀ ਕਹਿਣ ਲੱਗਿਆ ਠੀਕ ਹੈ। ਉਹ ਰਾਜੇ ਦਾ ਭਣੇਵਾ ਛੱਡ ਕੇ ਚਲਿਆ ਗਿਆ। ਮੁੜ ਕੇ ਝੰਡੇ ਨੇ ਕੁਝ ਖਾਣ ਪੀਣ ਦਾ ਸਮਾਨ ਤਿਆਰ ਕੀਤਾ। ਪੁੱਛਿਆ ਵੀ ਉਹ ਕੌਣ ਹੈ? ਕਹਿੰਦੇ ਸਾਧੂ ਸੰਤ ਹੈ, ਮਹਾਂਪੁਰਸ਼ ਹੈ। ਕਹਿੰਦੇ ਚਲੋ ਠੀਕ ਆ। ਤੋ ਝੰਡਾ ਵਾਢੀ ਟੋਕਰੀ ਵਿੱਚ ਫਲ ਫਰੂਟ ਖਾਣ ਪੀਣ ਦਾ ਸਮਾਨ ਸਿਰ ਤੇ ਰੱਖ ਕੇ ਮਰਦਾਨੇ ਨਾਲ ਆ ਗਿਆ ਤੇ ਲਿਆ ਕੇ ਟੋਕਰੀ ਪਾਤਸ਼ਾਹ ਦੇ ਮੂਹਰੇ ਰੱਖ ਦਿੱਤੀ। ਪਾਤਸ਼ਾਹ ਕਹਿੰਦੇ ਇਹ ਕੌਣ ਲਿਆਇਆ? ਰਮਜਾਂ ਹੁੰਦੀਆਂ। ਝੰਡਾ ਕਹਿੰਦਾ ਜੀ ਪਰਮੇਸ਼ਰ ਨੇ ਭੇਜਿਆ, ਮੈਂ ਚੱਕ ਲਿਆਇਆ, ਤੁਸੀਂ ਛਕ ਲਓ। ਹੁਣ ਸਿੱਧਾ ਆਪਾਂ ਕਹਿੰਦੇ ਮੈਂ ਲਿਆਂਦਾ ਜੀ। ਬਾਬਾ ਜੀ ਵੇਖਦੇ ਭਲਾ ਦੀ ਬੋਲਬਾਣੀ ਕੈਸੀ ਆ। ਕਹਿੰਦਾ ਜੀ ਪਰਮੇਸ਼ਰ ਨੇ ਭੇਜਿਆ, ਮੈਂ ਚੱਕ ਲਿਆਂਦਾ, ਤੁਸੀਂ ਛਕ ਲਓ। ਕਹਿੰਦੇ ਬਹਿ ਜਾ। ਹੋਰ ਫਿਰ ਕੋਈ ਭਜਨ ਬੰਦਗੀ ਕਰਦੇ ਹੁੰਦੇ ਹੋ? ਕਹਿੰਦਾ ਜੀ ਰੱਬ ਨੂੰ ਮਿਲਣ ਦੀ ਇੱਛਾ ਤਾਂ ਹੈ। ਕਹਿੰਦੇ ਫਿਰ ਕੌਣ ਕੌਣ ਕਰਦੇ ਹੋ? ਕਹਿੰਦੇ ਇੱਕ ਰਾਜੇ ਦਾ ਭਣੇਵਾ ਹੈ ਤੇ ਇੱਕ ਮੈਂ ਹਾਂ, ਅਸੀਂ ਦੋਨੇ ਕਰਦੇ ਹਾਂ। ਕਹਿੰਦੇ ਅੱਛਾ। ਕਹਿੰਦੇ ਛਕੋ ਫਿਰ। ਕਹਿੰਦੇ ਫਿਰ ਛਕਿਆ। ਪਹਿਲਾਂ ਉਹਨੂੰ ਵੀ ਸੱਦ ਕੇ ਲਿਆ, ਫਿਰ ਉਹਨੂੰ ਵੀ ਸੱਦ ਕੇ ਲਿਆਂਦਾ, ਦੋਨੇ ਕੋਲੇ ਆ ਗਏ। ਗੱਲ ਚੱਲੀ ਵੀ ਰੱਬ ਪਾ ਲਿਆ। ਫਿਰ ਝੰਡਾ ਵਾਢੀ ਕਹਿਣ ਲੱਗਿਆ ਜੀ ਇੱਛਾ ਹੈ, ਹਜੇ ਪਾਇਆ ਤਾਂ ਨਹੀਂ ਗਿਆ, ਜੇ ਤੁਹਾਨੂੰ ਪਤਾ ਤਾਂ ਤੁਸੀਂ ਮਿਲਾ ਦਿਓ। ਕਹਿੰਦੇ ਮਿਲਾ ਤਾਂ ਦੇਵਾਂਗੇ, ਫਿਰ ਤੂੰ ਮੈਨੂੰ ਦੇਵੇਂਗਾ ਕੀ? ਕਹੋ ਸਤਿਨਾਮ। ਝੰਡਾ ਕਹਿੰਦਾ ਜੀ ਮੈਂ ਕੀ ਦੇਵਾਂ? ਕਹਿਣ ਲੱਗੇ ਜਿਹੜਾ ਤੇਰੇ ਕੰਮ ਦਾ ਨਹੀਂ ਸਾਨੂੰ ਦੇ ਦੇ, ਜਿਹੜਾ ਤੇਰੇ ਕੰਮ ਦਾ ਉਹ ਮੈਂ ਤੈਨੂੰ ਦੇ ਦੂੰਗਾ। ਕਹੋ ਸਤਿਨਾਮ। ਫਿਰ ਮਹਾਰਾਜ ਮੈਂ ਤੁਹਾਨੂੰ ਕੀ ਦੇਵਾਂ? ਪੈਸਾ? ਕਹਿੰਦੇ ਪੈਸਾ ਤਾਂ ਤੇਰਾ ਨਹੀਂ, ਪਹਿਲਾਂ ਕਿਸੇ ਹੋਰ ਦਾ ਸੀਗਾ। ਕਹਿੰਦੇ ਫਿਰ ਮਹਾਰਾਜ ਕੀ ਰਹਿ ਗਿਆ ਮੇਰੇ ਕੋਲ? ਘਰ-ਬਾਰ ਤਿਆਗ ਕੇ ਸਭ ਕੁਝ, ਉਹ ਤਾਂ ਮੈਂ ਲੈਣਾ ਨਹੀਂ ਬਾਬਾ ਜੀ। ਕਹਿੰਦੇ ਫਿਰ ਤੇਰੇ ਕੋਲੇ ਤੇਰਾ ਸਰੀਰ ਰਹਿ ਗਿਆ। ਕਹਿੰਦੇ ਫਿਰ ਜੀ ਮੈਂ ਸਰੀਰ ਦੇ ਦੇਵਾਂ? ਕਹਿੰਦੇ ਸਰੀਰ ਸਾਡੇ ਕਿਸ ਕੰਮ ਦਾ? ਹੋਰ ਅੱਗੇ ਚੱਲ, ਤੂੰ ਸਰੀਰ ਨਹੀਂ ਹੈ, ਮੈਨੂੰ ਉਹ ਦੇ ਜੋ ਤੇਰਾ ਹੈ। ਇਹ ਸਰੀਰ ਵੀ ਤੇਰਾ ਨਹੀਂ ਹੈ, ਇਹਦੇ ਨਾਲ ਤੇਰੇ ਬਾਲ ਬੱਚੇ ਪਰਿਵਾਰ ਜੁੜਿਆ ਹੋਇਆ। ਕਹਿਣ ਲੱਗਿਆ ਜੀ ਹੋਰ ਫਿਰ ਮੈਂ ਕੀ ਦੇਵਾਂ? ਕਹਿੰਦੇ ਸੋਚ ਅੱਗੇ। ਇਉਂ ਚੱਲਦਿਆਂ ਗੁਰੂ ਪਿਆਰਿਓ ਝੰਡੇ ਵਾਢੀ ਨੂੰ ਜਿਹੜਾ ਹੈ ਪਾਤਸ਼ਾਹ ਜੀ ਮਨ ਤੋਂ ਉੱਤੇ ਲਿਜਾ ਕੇ ਬੁੱਧੀ ਤੇ ਲੈ ਗਏ। ਕਹਿੰਦੇ ਹੁਣ ਸੋਚ ਕੀ ਦੇਵੇਂਗਾ? ਕਹਿਣ ਲੱਗੇ ਜੀ ਫਿਰ ਮੈਂ ਤੁਹਾਨੂੰ ਮਨ ਦਿੱਤਾ, ਤੁਸੀਂ ਤਨ ਨਹੀਂ ਲੈਂਦੇ, ਧਨ ਨਹੀਂ ਲੈਂਦੇ, ਫਿਰ ਮਨ ਤਾਂ ਦੇ ਸਕਦਾ ਨਾ? ਕਹਿੰਦੇ ਹਾਂ ਮਨ ਦੇ ਦੇ, ਪਰ ਜਿਹਦੇ ਕੋਲੇ ਮਨ ਹੁੰਦਾ ਹੈ ਉਹ ਮਨ ਮਰਜ਼ੀ ਕਰਦਾ। ਹੁਣ ਤੇਰਾ ਮਨ ਮੇਰੇ ਕੋਲੇ ਆ ਤੇ ਪਰ ਹੁਣ ਤੂੰ ਮੈਨੂੰ ਮਨ ਦਿੱਤਾ, ਹੁਣ ਮੈਂ ਤੈਨੂੰ ਦੱਸਣ ਲੱਗਿਆ ਉਹ ਗੱਲ। ਤਾਂ ਉਸ ਵੇਲੇ ਗੁਰੂ ਪਿਆਰਿਓ ਉਹ ਸੁਣਦਾ ਸੋਚਣ ਲੱਗ ਪਿਆ। ਬਾਬਾ ਜੀ ਕਹਿੰਦੇ ਹੁਣ ਸੋਚਿਆ ਕਾਹਦੇ ਨਾਲ ਆ? ਕਹਿੰਦੇ ਬੁੱਧੀ ਨਾਲ। ਕਹਿੰਦੇ ਬੁੱਧੀ ਤਾਂ ਮੇਰੀ ਹੋ ਚੁੱਕੀ ਆ। ਹੁਣ ਮਨ ਅੰਤਸ਼ਕਰਨ ਵਿੱਚ ਆਉਂਦੇ ਆ, ਮਨ ਬੁੱਧ ਚਿੱਤ ਹੰਕਾਰ, ਇਹ ਤਾਂ ਸਾਰੀਆਂ ਚੀਜ਼ਾਂ ਮੈਨੂੰ ਦੇ ਚੁੱਕੇ ਆ ਤੂੰ। ਹੁਣ ਤੇਰੇ ਕੋਲੇ ਬਾਕੀ ਕੀ ਰਹਿ ਗਿਆ? ਜਦੋਂ ਇਸ ਤਰ੍ਹਾਂ ਸੋਚਦਿਆਂ ਬੁੱਧੀ ਤੋਂ ਵੀ ਬੰਦਾ ਉੱਤੇ ਟੱਪ ਗਿਆ ਤੇ ਬੁੱਧੀ ਤੋਂ ਅੱਗੇ ਸੋਚਣ ਵਾਸਤੇ ਕੁਝ ਬਚਦਾ ਨਹੀਂ। ਸੋਚੇ ਕੌਣ? ਤੇ ਸੋਚਣ ਵਾਲਾ ਵੀ ਬਾਬੇ ਨੇ ਲੈ ਲਿਆ। ਕਹੋ ਸਤਿਨਾਮ। ਫੇਰ ਝੰਡੇ ਵਾਢੀ ਦਾ ਧਿਆਨ ਜੋੜ ਦਿੱਤਾ ਤੇ ਨਾਲ ਹੀ ਉਸ ਦੇ ਮਿੱਤਰ ਦਾ ਵੀ ਜੋੜ ਦਿੱਤਾ ਤੇ ਫਿਰ ਉਹਨਾਂ ਨੂੰ ਉੱਥੋਂ ਦਾ ਪ੍ਰਚਾਰਕ ਬਣਾਇਆ। ਇਸੇ ਤਰ੍ਹਾਂ ਹੀ ਇਹ ਦੱਸਦੇ ਪਾਤਸ਼ਾਹ ਕਹਿੰਦੇ ਛਾਂਟਦੇ ਇਹ ਵੀ ਮੇਰਾ ਨਹੀਂ, ਇਹ ਵੀ ਮੈਂ ਨਹੀਂ, ਇਹ ਵੀ ਮੈਂ ਨਹੀਂ, ਇਹ ਵੀ ਮੈਂ ਨਹੀਂ, ਨਾ ਮੈਂ ਪੈਰ ਹਾਂ, ਨਾ ਹੱਥ ਹਾਂ, ਨਾ ਸਿਰ ਹਾਂ, ਨਾ ਸਰੀਰ ਹਾਂ, ਨਾ ਮੈਂ ਅੱਖ ਹਾਂ, ਨਾ ਕੰਨ ਹਾਂ। ਇਹ ਅੱਖ ਤੇ ਕੰਨ ਨੱਕ ਤਾਂ ਮੇਰੇ ਹਥਿਆਰ ਹੈ। ਜਿਵੇਂ ਤਰਖਾਣ ਦਾ ਆਰੀ ਤੇਸਾ ਹੁੰਦਾ ਹੈ, ਉਹ ਆਰੀ ਵਰਤਦਾ, ਤੇਸਾ ਵਰਤਦਾ ਹੈ, ਪਰ ਤਰਖਾਣ ਆਰੀ ਤੇਸਾ ਥੋੜਾ ਹੀ ਆ। ਕੋਈ ਸਤਿਨਾਮ। ਵਰਤਣ ਵੇਲੇ ਚੱਕਦਾ ਫਿਰ ਰੱਖ ਦਿੰਦਾ। ਇਹ ਮਨ ਵੀ ਅੱਖਾਂ ਨੂੰ ਵਰਤਣ ਵੇਲੇ ਦੇਖਦਾ ਹੈ, ਮੁੜ ਕੇ ਨਿਕਲ ਜਾਂਦਾ ਹੈ, ਕਦੇ ਕੰਨਾਂ ਵੱਲ ਚਲਿਆ ਜਾਂਦਾ, ਕਦੇ ਜੀਭ ਦੇ ਵੱਲ ਆ ਜਾਂਦਾ,
ਕਦੇ ਪੈਰਾਂ ਵੱਲ ਚਲਿਆ ਜਾਂਦਾ, ਕਦੇ ਬੁੱਧੀ ਵੱਲ ਚਲਿਆ ਜਾਂਦਾ। ਜਿਹੜਾ ਮਨ ਹੈ ਉਹ ਇਹਨਾਂ ਸਾਰਿਆਂ ਨੂੰ ਮਿਲਾ ਕੇ ਬਣਿਆ ਹੈ। ਤੇ ਅਖੀਰ ਤੇ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਛੱਡਦੇ ਆਪਣੇ ਆਪ ਨੂੰ, ਆਤਮਾ ਨੂੰ ਨਿਰਾਲੀ ਕਰ ਲਓ। ਬਸ ਇਹੀ ਤੇਰਾ ਗਿਆਨ ਹੈ ਸਿੱਖਾ। ਇਸ ਨੂੰ ਪ੍ਰਾਪਤ ਕਰਕੇ ਤੂੰ ਪਰਮੇਸ਼ਰ ਦੇ ਨਾਲ ਜੁੜ ਸਕੇਗਾ। ਜਗ ਦਾਨ ਤੀਰਥ ਤਪਨਾ ਜਾਪਿਤ ਮਨ ਕੋ ਸਾਜ। ਔਰ ਇਹ ਸਾਰਾ ਕੁਝ ਜੋ ਬਾਹਰ ਬਣਿਆ, ਜਗ ਕਰਨੇ, ਦਾਨ ਕਰਨੇ, ਤੀਰਥਾਂ ਦੇ ਜਾਣਾ, ਤਪੱਸਿਆ ਕਰਨੀ, ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ, ਇਹਨਾਂ ਸਾਰਿਆਂ ਦਾ ਕੰਮ ਹੈ ਮਨ ਨੂੰ ਵਸ ਕਰਨਾ। ਪਰ ਮਨ ਇਉਂ ਵਸ ਨਹੀਂ ਆਉਂਦਾ, ਅਸੀਂ ਬਾਹਰੀ ਤੌਰ ਤੇ ਵਸ ਕਰਦੇ ਹਾਂ। ਪਾਤਸ਼ਾਹ ਕਹਿੰਦੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਸਾਰਾ ਜਿੰਨਾ ਪਸਾਰਾ ਹੈ ਇਹ ਮਨ ਦਾ ਬਣਾਇਆ ਹੋਇਆ ਹੈ, ਇਹ ਪਸਾਰਾ ਝੂਠਾ ਹੈ। ਇਸ ਕਰਕੇ ਤੁਸੀਂ ਮਨ ਕੇ ਮਤੇ ਨਾ ਚਾਲੀਏ, ਮਨ ਪਲਕ ਪਲਕ ਵਿੱਚ ਹੋਰ। ਇਸੇ ਮਨ ਨੂੰ ਪਾਤਸ਼ਾਹ ਜੀ ਨੇ ਕਿਤੇ ਗੁਰੂ ਪਿਆਰਿਓ ਹਰੀ ਦਾ ਰੂਪ ਵੀ ਕਿਹਾ ਤੇ ਕਿਤੇ ਇਸ ਮਨ ਨੂੰ ਵਿਸ਼ੇ ਵਿਕਾਰਾਂ ਵਿੱਚ ਫਸਣ ਕਰਕੇ ਇਸ ਨੂੰ ਮਾੜਾ ਵੀ ਕਿਹਾ। ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਤੇ ਇੱਕ ਥਾਂ ਤੇ ਤੀਜੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਅਵਸਥਾ ਬਦਲੀ ਦੀ ਗੱਲ ਹੈ। ਜਦੋਂ ਅਵਸਥਾ ਬਦਲ ਗਈ ਤੇ ਦੁਨੀਆ ਰੱਬ ਦਿਸਦੀ ਆ, ਰੱਬ ਦਾ ਰੂਪ ਦਿਸਦੀ ਆ। ਤੇ ਜਦੋਂ ਅਵਸਥਾ ਖਰਾਬ ਹੋ ਗਈ ਫਿਰ ਕੋਲਿਆਂ ਦਾ ਕੋਠਾ ਹੀ ਆ, ਵਿਕਾਰਾਂ ਦਾ ਘਰ ਹੈ। ਕੋ ਸਤਨਾਮ ਕਬੀਰ ਸਾਹਿਬ ਦੇ ਮੁਤਾਬਕ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਸਾਨੂੰ ਸਮਝ ਆ ਗਈ ਤਿਨਕੇ ਨਿਸਮੇ ਅਲਪਹਾਰੀ ਦਮ ਕੋ ਸਾਧੇ ਮਨੇ ਸਦਾਰੀ। ਤਾਂ ਇਸ ਕਰਕੇ ਦਿਨੇ ਰਾਤ ਨੂੰ ਜਦੋਂ ਵੀ ਸਮਾਂ ਲੱਗੇ, ਦੁਪਹਿਰੇ ਜਿਵੇਂ ਖੇਤਾਂ ਵਿੱਚ ਲੋਕ ਜਾਂਦੇ ਆ, ਦੁਪਹਿਰੇ ਦਰਖਤਾਂ ਥੱਲੇ ਸੌਂ ਜਾਂਦੇ ਆ ਜਾਂ ਬਹਿ ਜਾਂਦੇ ਆ, ਉਦੋਂ ਵੀ ਕਰ ਸਕਦੇ ਹੋ। ਜਦੋਂ ਵੀ ਸਮਾਂ ਲੱਗੇ ਦਿਨੇ ਜਾਂ ਰਾਤ ਨੂੰ ਆਪਣੇ ਸਵਾਸਾਂ ਤੇ ਸਾਧਨਾ ਕਰੋ। ਸਵਾਸ ਦੇ ਉੱਤੇ ਵੇਖਣਾ ਕਰੋ, ਸਵਾਸ ਨੂੰ ਕੰਟਰੋਲ ਕਰੋ, ਸਵਾਸ ਨੂੰ ਹੌਲੀ ਕਰੋ। ਤੁਸੀਂ ਹੈਰਾਨ ਹੋ ਜਾਓਗੇ ਜਦੋਂ ਮਨ ਵਿੱਚ ਗੁੱਸਾ ਵਧਿਆ ਹੋਵੇ, ਤੁਸੀਂ ਦਿਲ ਤੇ ਹੱਥ ਰੱਖ ਕੇ 2 ਮਿੰਟ ਸੋਚਿਓ, ਜਦੋਂ ਹੀ ਦਿਲ ਹੌਲੀ ਹੋ ਗਿਆ ਗੁੱਸਾ ਵੀ ਉੱਡ ਜਾਊਗਾ। ਆਮ ਸਿਆਣੇ ਕਹਿੰਦੇ ਆ ਪਾਣੀ, ਠੰਡਾ ਪਾਣੀ ਦਾ ਗਲਾਸ ਪਿਆ ਦਿਓ, ਗੁੱਸਾ ਘਟ ਜਾਂਦਾ। ਤਾਂ ਇਹ ਚੀਜ਼ਾਂ ਸਵਾਸ ਦੀ ਚਾਲ ਦੇ ਨਾਲ ਜੁੜੀਆਂ ਹੋਈਆਂ। ਜਿਨ੍ਹਾਂ ਦਾ ਸਵਾਸ ਹੌਲੀ ਹੋ ਗਿਆ ਉਹ ਆਟੋਮੈਟਿਕ ਹੀ ਕ੍ਰੋਧ ਵਾਲੇ ਪਾਸੇ ਘਟ ਜਾਂਦੇ ਹਨ। ਮੇਰੇ ਪ੍ਰੀਤਮ ਜੀ ਕਹਿੰਦੇ ਦਿਨੇ ਰਾਤ ਨੂੰ ਥੋੜਾ ਖਾਓ, ਬਹੁਤਾ ਨਹੀਂ ਖਾਣਾ ਚਾਹੀਦਾ ਜੇ ਸਿਮਰਨ ਕਰਨਾ ਤਾਂ। ਅਲਪਾਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਦੋਖ ਸਦਾ ਨਿਰਬਹਿਬੋ ਹਵੈਬੋ ਤ੍ਰੈ ਗੁਣ ਅਤੀਤ। ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨ ਮਨ ਸਿਓ ਲਿਆਵੇ ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੇ। 10ਵੇਂ ਪ੍ਰੀਤਮ ਜੀ ਕਹਿੰਦੇ ਇਉਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਤਾਂ ਤੇ ਸਿੱਖੋ ਦਮ ਕੋ ਸਾਧੈ ਮਨੈ ਸੁਧਾਰੀ। ਜੇ ਤੁਸੀਂ ਆਪਣੇ ਮਨ ਨੂੰ ਆਪਣੇ ਸਵਾਸ ਨੂੰ ਸਾਧ ਲਿਆ ਤੇ ਮਨ ਆਟੋਮੈਟਿਕ ਹੀ ਰੁਕ ਜਾਣਾ। ਮਿਥਿਆ ਤਨ ਤਨ ਸੁਤ ਅਰਦਾਰਾ ਮਿਥਿਆ ਜਗ ਕੋ ਬ੍ਰਿੰਦ ਪਸਾਰਾ। ਇਹ ਜੋ ਤੁਸੀਂ ਦੇਖ ਰਹੇ ਹੋ ਇਹ ਝੂਠਾ ਹੈ। ਝੂਠਾ ਕਹਿਣ ਦਾ ਮਤਲਬ ਕੋਈ ਕਿਸੇ ਦੇ ਨਾਲ ਨਹੀਂ ਜਾਂਦਾਗਾ। ਮੇਰੇ ਵਾਸਤੇ ਮੈਂ ਸੱਚਾ, ਤੁਹਾਡੇ ਵਾਸਤੇ ਤੁਸੀਂ ਸੱਚੇ ਹੋ। ਕਿਸੇ ਮੂਰਤੀ ਪੱਥਰ ਦੀ ਪੂਜਾ ਜਾਂ ਕਿਸੇ ਮੋਹ ਮਮਤਾ ਵਿੱਚ ਫਸਣਾ ਜਿਹੜਾ ਹੈ ਉਹ ਝੂਠਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੋਐ ਭਾਏ ਬਗੁਚੀਆ ਗਲ ਪਈ ਸੁਜਮ ਕੀ ਫਾਸ। ਤਾਂ ਜੀਵਨ ਦੇਣ ਵਾਲੇ ਪਰਮੇਸ਼ਰ ਨੂੰ ਤਿਆਗ ਕੇ ਤੇ ਜੀਵਨ ਸਾਨੂੰ ਕੌਣ ਦੇ ਰਿਹਾ? ਸਵਾਸ। ਮਤਲਬ ਸਵਾਸ ਦੇ ਵਿੱਚ ਪ੍ਰਮਾਤਮਾ ਦਾ ਵਾਸ ਹੈ। ਕੋ ਸਤਨਾਮ। ਸਾਡੇ ਸਵਾਸ ਦੇ ਵਿੱਚ ਨਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਇਹ ਜਗ ਨੂੰ ਜੀਵਨ ਦੇ ਰਿਹਾ, ਸਾਡਾ ਸਵਾਸ ਸਾਨੂੰ ਜੀਵਨ ਦੇ ਰਿਹਾ ਹੈ। ਤਾਂ ਦੇ ਸਵਾਸਾਂ ਦੇ ਕਰੇ ਆਪਾਂ ਧਿਆਨ ਹੀ ਨਹੀਂ ਮਾਰਿਆ। ਸਾਡੇ ਸੁੱਤਿਆਂ ਤੇ ਵੀ ਸਵਾਸ ਚੱਲਦਾ ਰਹਿੰਦਾ, ਜਾਗਦਿਆਂ ਤੇ ਵੀ ਚੱਲਦਾ ਰਹਿੰਦਾ, ਗੁੱਸੇ ਵਿੱਚ ਵੀ ਚੱਲਦਾ ਰਹਿੰਦਾ, ਖੁਸ਼ੀ ਵਿੱਚ ਵੀ ਚੱਲਦਾ ਰਹਿੰਦਾ। ਇਹ ਆਪਦਾ ਕੰਮ ਕਰੀ ਜਾਂਦਾ ਹੈ, ਪਰ ਅਸੀਂ ਕਦੇ ਇਹਨੂੰ ਵੇਖਿਆ ਹੀ ਨਹੀਂਗਾ, ਕਦੇ ਇਹਦੀ ਗੌਰ ਹੀ ਨਹੀਂ ਕੀਤੀ। ਕਹੋ ਸਤਨਾਮ। ਇਹ ਤੇ ਧਿਆਨ ਹੀ ਨਹੀਂ ਮਾਰਿਆ। ਇਸ ਕਰਕੇ ਸਾਨੂੰ ਸਵਾਸ ਦੇ ਨਾਲ ਜੁੜਨਾ ਚਾਹੀਦਾ ਹੈ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਸਾਸ ਗਿਰਾਸ ਨ ਵਿਸਰੈ। ਸਵਾਸ ਲੈਂਦਿਆਂ ਤੇ ਛੱਡਦਿਆਂ ਜਿਨ੍ਹਾਂ ਨੂੰ ਪਰਮੇਸ਼ਰ ਨਹੀਂ ਵਿਸਰਦਾ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ ਨਾਲ ਹਰ ਨਾਮਾ ਮਨ ਮੰਤ।
ਪਰਮੇਸ਼ਰ ਦਾ ਬਖਸ਼ਿਆ ਮੰਤਰ ਵਾਹਿਗੁਰੂ, ਤੇ ਸਵਾਸ ਦਾ ਆਉਣਾ ਜਾਣਾ ਇਹਦੇ ਨਾਲ ਜਿਹਨੇ ਜੋੜ ਲਿਆ। ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੁਸੀਂ ਧਰਤੀ ਤੇ ਚੱਲਦੇ ਹੋਏ ਕਦਮਾਂ ਦੇ ਨਾਲ ਮੰਤਰ ਜੋੜ ਲਓ, ਜਿਵੇਂ ਪੈਰ ਚੱਕਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਈਕਲ ਚਲਾ ਰਹੇ ਹੋ, ਪੈਡਲਾਂ ਦੇ ਨਾਲ ਧਿਆਨ ਜੋੜ ਲਓ, ਕੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਕਮਾਲ ਦੀ ਗੱਲ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੌਂਦੇ ਜਾਗਦੇ ਦਿਨੇ ਰਾਤ ਜਦੋਂ ਵੀ ਤੁਸੀਂ ਸਮਾਂ ਨਿਕਲੇ ਨਾ ਆਪਣੇ ਸਵਾਸ ਦੀ ਸਾਧਨਾ ਕਰਿਆ ਕਰੋ। ਬਾਕੀ ਸੰਸਾਰ ਝੂਠਾ ਹੈ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਕਾਲ ਸ਼ਿਕਾਰੀ ਸਾਡੇ ਮਗਰ ਲੱਗੇ ਆ, ਕਦੋਂ ਸਵਾਸ ਮੁੱਕਣ ਤੇ ਕਦੋਂ ਮੈਂ ਝਪਟ ਮਾਰਾਂ, ਕਹੋ ਸਤਿਨਾਮ। ਕਾਲ ਅਹੇਰੀ ਫਿਰੈ ਬਦਕ ਜਿਉ, ਸ਼ਿਕਾਰੀ ਵਾਂਗੂ ਮਗਰ ਲੱਗੇ ਆ ਵੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ ਪ੍ਰਾਣੀ। 100 ਦਿਨ ਆਵਣ ਲਾਗਾ, ਅਸੀਂ ਮੌਤ ਵੱਲ ਵੱਧਦੇ ਜਾ ਰਹੇ ਆ, ਦਿਨ ਨੇੜੇ ਆ ਰਹੇ ਆ ਸਾਡਾ, ਇਹ ਨਹੀਂ ਪਤਾ ਕਿੱਦਣ ਹੈ। ਬਸ ਇਹੀ ਗੱਲ ਲੁਕੋ ਕੇ ਰੱਖ ਲਈ, ਜੇ ਕਿਤੇ ਪਤਾ ਲੱਗ ਜੇ ਵੀ ਕਿੱਦਣ ਮਰਨਾ ਹੈ ਫਿਰ ਤਾਂ ਕਈਆਂ ਨੂੰ ਮਾਰ ਕੇ ਉਸ ਦਿਨ ਨੂੰ ਮਰ ਜੇ, ਕਹੋ ਸਤਿਨਾਮ। ਬਸ ਇਹ ਰੱਬ ਨੇ ਲੁਕੋ ਕੇ ਰੱਖਿਆ ਸਾਡੇ ਤੋਂ, ਵੀ ਇਹ ਨਹੀਂ ਦੱਸਿਆਗਾ। ਜੇ ਇਹ ਪਤਾ ਹੁੰਦਾ ਤੇ ਫਿਰ ਆਪਾਂ ਉਦੋਂ ਜਪ ਲੈਂਦੇ ਜਿੱਦੇ ਉਹ ਦਿਨ ਆਉਂਦਾ। ਇਸ ਕਰਕੇ ਸਾਨੂੰ ਹਮੇਸ਼ਾ ਜਪਣਾ ਪਊਗਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਜਦੋਂ ਇਹ ਮਨੁੱਖ ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ ਪ੍ਰਾਣੀ। 100 ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕਾਕਾ। ਕੌਣ ਕੀਦਾ ਹੈ? ਭਾਵ ਮਰਨ ਵੇਲੇ ਕੋਈ ਕਿਸੇ ਨਾਲ ਨਹੀਂ ਜਾਂਦਾਗਾ। ਚਾਹੇ ਬਜ਼ੁਰਗ ਵੱਡੀ ਉਮਰ ਦੇ ਬੈਠੇ ਹੋਣ, ਬੱਚਾ ਛੋਟੀ ਉਮਰ ਦਾ ਮਰ ਗਿਆ ਤਾਂ ਉਹ ਬੱਚੇ ਜਿਹਨੂੰ ਅਸੀਂ ਜਿਉਂਦਾ ਨਹੀਂ ਕਰ ਸਕਦੇ, ਉਹਦੇ ਥਾਂ ਤੇ ਬਜ਼ੁਰਗ ਕਹਿ ਤਾਂ ਦਿੰਦੇ ਆ ਤੇਰੇ ਥਾਂ ਤੇ ਮੈਂ ਮਰ ਜਾਂਦਾ, ਪਰ ਮਰ ਨਹੀਂ ਸਕਦਾ, ਕਹੋ ਸਤਿਨਾਮ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਕਹੋ ਕਉ ਹੈ ਕਾਕਾ, ਜਬ ਲਗ ਜੋਤ ਕਾਇਆ ਮੈਂ ਵਰਤੈ। ਜਿੰਨਾ ਚਿਰ ਬੰਦਾ ਜਿਉਂਦਾ ਹੈ, ਜੋਤ ਇਹਦੇ ਚੱਲਦੀ ਹੈ, ਜੀਵਨ ਚੱਲਦਾ ਹੈ, ਉਹਨਾਂ ਚਿਰ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਉਹਨਾਂ ਚਿਰ ਨਹੀਂ ਸਮਝਦਾ। ਲਾਲਚ ਕਰੇ ਜੀਵਨ ਪਦ ਕਾਰਨ, ਲਾਲਚ ਕਰਦਾ ਹੈ ਅੱਜ ਮੈਂ ਸਰਪੰਚ ਹਾਂ, ਫਿਰ ਮੈਂ MLA ਬਣ ਜਾ, ਫਿਰ ਮੈਂ ਮੰਤਰੀ ਬਣ ਜਾ, ਫਿਰ ਮੈਂ ਦਿੱਲੀ ਵਾਲੀ ਕੁਰਸੀ ਤੇ ਬਹਿ ਜਾ, ਐ ਨਹੀਂ ਪਤਾ ਵੀ ਸਰਪੰਚੀ ਵਿੱਚ ਹੀ ਮਰ ਜੇ, ਕਹੋ ਸਤਿਨਾਮ। ਜੀਵਨ ਦੇ ਵਿੱਚ ਵੱਡੀਆਂ ਪਦਵੀਆਂ ਦੀ ਬੜੀ ਇੱਛਾ ਰੱਖਦਾ ਹੈ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਅੱਖਾਂ ਦੇ ਸਾਹਮਣੇ ਨਾਲੇ ਮਰਦੇ ਵੇਖ ਰਿਹਾ, ਬਿਨਾਂ ਦੱਸਿਆਂ ਹੀ ਤੁਰੀ ਜਾਂਦੇ ਹਨ ਫਰੀਦਾ। ਇੰਨੀ ਲੋਈ ਨਹੀਂ ਦੇਖਦੇ ਆ, ਕੀਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਕਹੋ ਸਤਿਨਾਮ। ਇਸ ਕਰਕੇ ਮਰਨ ਵਾਲੇ ਦਾ ਕੋਈ ਪਤਾ ਨਹੀਂ ਕਦੋਂ ਕਿਹਨੇ ਮਰ ਜਾਣਾ। ਬਸ ਇਹ ਚੀਜ਼ ਲੁਕੋ ਕੇ ਰੱਖੀ ਹੈ। ਲਾਲਚ ਕਰੇ ਜੀਵਨ ਪਦ ਕਾਰਨ, ਆਪਾ ਕਛੂ ਨ ਸੂਝੈ। ਤੋ ਸਤਿਗੁਰੂ ਪਾਤਸ਼ਾਹ ਭਗਤ ਰਵਿਦਾਸ ਜੀ ਦਾ ਇਹ ਬਚਨ ਹੈ। ਅਖੀਰ ਤੇ ਫਿਰ ਕਹਿੰਦੇ ਹਨ, ਕਹਿ ਰਵਿਦਾਸ ਸੁਨੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਆਓ ਉਸ ਇੱਕ ਦੀ ਸ਼ਰਨ ਵਿੱਚ ਚੱਲੀਏ। ਪ੍ਰੀਤਮ ਜੀ ਕਹਿੰਦੇ ਇਹ ਸਭ ਕੁਝ ਝੂਠਾ ਹੈ, ਛੱਡਣ ਯੋਗ ਹੈ, ਤੁਸੀਂ ਆਪਣੇ ਆਪੇ ਨਾਲ ਜੁੜਨਾ ਕਰੋ ਜੀ। ਪ੍ਰਾਪਤ ਜੋਗ ਬਨੇ ਅਭਿਆਸੀ, ਬਿਨ ਅਭਿਆਸ ਪਰੇ ਜਮ ਫਾਸੀ। ਜੇ ਤੁਹਾਨੂੰ ਇਹ ਪ੍ਰਾਪਤ ਹੋ ਗਿਆ, ਭਾਵ ਤੁਹਾਨੂੰ ਜਾਣਕਾਰੀ ਹੋ ਗਈ ਵੀ ਐਦਾਂ ਕਰਨਾ। ਹੁਣ ਆਪਾਂ ਪਿਛਲੇ ਕਈ ਦਿਨਾਂ ਤੋਂ ਇਹਦੇ ਬਾਰੇ ਜਾਣ ਰਹੇ ਆ। ਜੇ ਤੁਹਾਨੂੰ ਜਾਣਕਾਰੀ ਹੋ ਗਈ ਫਿਰ ਅਭਿਆਸ ਸ਼ੁਰੂ ਕਰ ਦਿਓ। ਫਿਰ ਉਡੀਕਣਾ ਕਿਹਨੂੰ ਹੈ? ਹੁਣ ਕਿਹੜਾ ਮੂਹਰਤ ਘੜਾਉਣਾ ਵੀ ਕਦੋਂ ਸ਼ੁਰੂ ਕਰੀਏ, ਆਪਾਂ ਨੂੰ ਸਮਝ ਆ ਗਈ। ਫਿਰ ਤਾਂ ਘਰੇ ਬੈਠ ਕੇ ਜਦੋਂ ਵੀ ਸਮਾਂ ਲੱਗੇ ਕਿਸੇ ਖੂੰਜੇ 'ਚ ਬਹਿ ਕੇ ਕਰ ਲਿਆ ਕਰੀਏ। ਇਸ ਕਰਕੇ ਜੇ ਸਮਝ ਆ ਗਈ ਹੈ ਕਿਵੇਂ ਜੁੜਨਾ ਹੈ, ਯੋਗ ਦਾ ਮਤਲਬ ਜੁੜਨਾ, ਕੰਨਾਂ 'ਚ ਮੁੰਦਰਾਂ ਪਾਉਣੀਆਂ ਯੋਗੀ ਨਹੀਂ ਹੈ। ਯੋਗ ਦਾ ਮਤਲਬ ਹੈ ਸੁਰਤ ਨੂੰ ਸ਼ਬਦ ਨਾਲ ਜੋੜਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ, ਅਕਥ ਕਹਾਣੀ ਆਪਣੇ ਅੰਦਰੋਂ ਜਾ ਕੇ ਜਾਣਨਾ ਕਰੀਏ। ਬਿਨ ਅਭਿਆਸ ਪਰੈ ਜਮ ਫਾਸੀ। ਰਾਜ ਜੋਗ ਇਹ ਤੋਹਿ ਬਤਾਇਓ, ਕਰ ਸਾਧਨ ਜੇ ਚਿਤ ਚਿਰ ਜਾਇਓ। ਹਾਂ, ਮਾਤਾ ਜੀਤੋ ਜੀ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਹੇ ਜੀਤੋ ਜੀ, ਅਸੀਂ ਤੁਹਾਨੂੰ ਇਹ ਜਿਹੜਾ ਯੋਗ ਦੱਸਿਆ ਨਾ, ਇਹ ਰਾਜ ਯੋਗ ਹੈ। ਭਾਵ ਨਾਲੇ ਗ੍ਰਸਤੀ ਜੀਵਨ 'ਚ ਰਹਿਣਾ ਤੇ ਨਾਲੇ ਪਰਮੇਸ਼ਰ ਨਾਲ ਜੁੜਨਾ। ਇੱਕ ਹੁੰਦਾ ਹੱਠ ਯੋਗ, ਉਹ ਧੂਣੀਆਂ ਤਾਪਣ ਵਾਲੇ, ਜਲ ਧਾਰਿਆਂ ਵਾਲੇ ਕਰਦੇ ਆ। ਇਹ ਸਹਿਜ ਯੋਗ ਤੇ ਰਾਜ ਯੋਗ ਹੈ। ਬਹੁਤ ਉੱਤਮ ਢੰਗ ਹੈ ਮੇਰੇ ਪ੍ਰੀਤਮ ਦਾ ਬਖਸ਼ਿਆ ਹੋਇਆ।
राज जोग ये तुहै बतायो, कर साधन जे चित ललचायो। हे जीतो जी, जे तेरा जी करदा ललचाउणा हुंदा जी करना, आपे पुछिਆ ਸੀ ਨਾ महाराज साडा इस्त्री दा जामा है, ਤੁਸੀਂ ਆਪਣੀਆਂ ਸੰਗਤਾਂ ਨੂੰ ਬੜਾ ਉਪਦੇਸ਼ ਦਿੰਦੇ ਹੋ ਸਿਮਰਨ ਬਾਰੇ, ਸਾਨੂੰ ਵੀ ਕੁਝ ਦੱਸੋ। ਤਾਂ ਅਖੀਰ ਤੇ ਬਾਬਾ ਜੀ ਕਹਿੰਦੇ ਜੀਤੋ ਜੀ, ਜੇ ਤੇਰਾ ਜੀ ਕੀਤਾ, ਜੇ ਤੇਰਾ ਚਿੱਤ ਲਲਚਾਇਆ, ਭਾਵ ਸਿਮਰਨ ਬਾਰੇ ਤੇਰੇ ਅੰਦਰ ਇੱਛਾ ਪੈਦਾ ਹੋਈ ਹੈ, ਪ੍ਰਬਲ ਇੱਛਾ, ਉਮਕਿਓ ਹੀਓ ਮਿਲਨ ਪ੍ਰਭਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਮੈਂ ਸੋਚਿਆ ਰੱਬ ਨੂੰ ਲੱਭੀਏ ਤੇ ਘਰੋਂ ਨਿਕਲ ਗਏ, ਤੀਰਥਾਂ ਦੇ ਭਟਕਦੇ ਫਿਰਦੇ ਆ, ਜੰਗਲਾਂ ਵਿੱਚ ਤੁਰੇ ਫਿਰਦੇ ਆ। ਮੈਂ ਵੀ ਸੋਚਿਆ ਵੀ ਚੱਲੀਏ। ਉਮਕਿਓ ਹੀਓ ਮਿਲਨ ਪ੍ਰਭਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਅਗੋਂ ਕਿਸੇ ਨਾ ਕਿਸੇ ਨੂੰ ਪੁੱਛਣਾ ਪੈਂਦਾ, ਇਹ ਰਸਤਾ ਨਾ ਲੱਭੇ ਫਿਰ ਪੁੱਛ ਲਈਦਾ। ਕਿਸੇ ਨੂੰ ਪੁੱਛਿਆ ਬਈ ਰੱਬ ਕਿੱਥੇ ਮਿਲੂਗਾ, ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ। ਉਹ ਤਾਂ ਘਰੇ ਹੀ ਹੁੰਦਾ, ਤੂੰ ਬਾਹਰੋਂ ਲੱਭਦੀ ਫਿਰਦੀ ਆ। ਕਹੋ ਸਤਨਾਮ, ਘਰੇ ਜਾ, ਮੈਂ ਘਰੇ ਮੁੜ ਆਈ। ਸੁਣਤ ਸੰਦੀਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, परम्परा में आयो तो नजर न पाई। मैं घर दे सारे कोठे सवाता फुलूलियां के दिसिया ही नहीं। कहो सतनाम, समझ नहीं ना आएगी। दसने वाले ने कहता घर ही है, उन्हें घर हिरदा शरीर किया सीगा, असी कोठियां चों लभदे फिरदे हां। कहो सतनाम। सुनत संदेसरो प्रिया ग्रह सेज विछाई, परम्परा में आयो तो नजर न पाई। किन विध हीरो धीरा ने मानो, मिल साजन हो तुझ कुर्बानो। मालका बलिहारे जावां तेरे तो, मैनू मिल पा। फिर बैठ के जदों मनुख ने फिर कर बैसो हर जन प्यारे, सतगुर तुमरे काज सवारे। जदों बैठ के सोचन लगी भी कित्थे मिलूगा, जब बैठ के सोचन लगी भयो कृपाल सत्संग मिलाया, फिर अंदर फुरना दिता, संगत विच जाया कर गुरु कोले, उथों समझ आऊगी तैनू। को सतनाम। भयो कृपाल सत्संग मिलाया, प्रभु अविनाशी घर मैं पाया। मैनू अंदरों लभ गया। ਹੁਣ ਕਹਿੰਦੇ ਆਨੰਦ ਹੀ ਆਨੰਦ ਬਣ ਗਿਆ। ਨਾਰਦ ਮੁਨੀ ਚੱਕ ਕੇ ਬੀਣਾ ਲੱਭਦਾ ਫਿਰਦਾ ਰੱਬ ਨੂੰ। ਕਦੇ ਪਹਾੜਾਂ ਤੇ ਗਿਆ, ਕਦੇ ਦਰਿਆਵਾਂ ਤੇ ਗਿਆ, ਕਦੇ ਕਿਤੇ ਗਿਆ, ਕਦੇ ਕਿਤੇ ਗਿਆ, ਕਦੇ ਸਾਰਾ ਦਿਨ ਲੱਭਦਾ ਰਿਹਾ। ਥੱਕ ਹਾਰ ਕੇ ਇੱਕ ਦਰਖਤ ਹੇਠਾਂ ਬੈਠ ਗਿਆ, ਬੀਣਾ ਵਜਾਉਣ ਲੱਗਿਆ, ਸਤੁਤੀ ਕਰਨ ਲੱਗਿਆ। ਜਾਂ ਸਿਫਤ ਕਰਨ ਲੱਗਿਆ ਤੇ ਉਹਦੇ ਸਾਹਮਣੇ ਆ ਕੇ ਪਰਮੇਸ਼ਰ ਖੜ ਗਏ। ਜੋ ਨੇਤਰਾਂ ਖੋਲੀਆਂ, ਅੱਖਾਂ ਖੋਲੀਆਂ, ਸ਼ਬਦ ਬੰਦ ਕਰਕੇ ਪੂਰਾ ਕਰਕੇ ਕਹਿੰਦੇ ਮਹਾਰਾਜ ਤੁਸੀਂ ਕਿੱਥੇ ਰਹਿੰਦੇ ਹੋ। ਕਹਿੰਦੇ ਕਿਉਂ? ਕਹਿੰਦੇ ਮੈਂ ਤੁਹਾਨੂੰ ਧੜਕੇ ਦਾ ਲੱਭਦਾ ਫਿਰਦਾ। ਕੋ ਸਤਨਾਮ। ਕਹਿੰਦੇ ਕਿੱਥੇ ਲੱਭਿਆ ਤੂੰ? ਕਹਿੰਦੇ ਐ ਪੁੱਛੋ ਮੈਂ ਕਿੱਥੇ ਨਹੀਂ ਲੱਭਿਆ। ਦਰਿਆਵਾਂ ਦੇ ਕਿਨਾਰੇ, ਪਹਾੜਾਂ ਦੀਆਂ ਗੁਫਾਵਾਂ 'ਚ, ਆਕਾਸ਼ਾਂ 'ਚ, ਧਰਤੀ ਤੇ, ਪਤਾਲਾਂ 'ਚ, ਮੈਨੂੰ ਤੁਸੀਂ ਕਿਤੇ ਮਿਲੇ ਹੀ ਨਹੀਂ। ਕਹਿੰਦੇ ਫਿਰ ਉੱਥੇ ਮੇਰਾ ਕੀ ਕੰਮ ਹੈ? ਨਿਜ ਘਰ ਮੇਰੋ ਨਿਜ ਰੂਪ ਹੈ ਸਾਧ ਸੰਗ ਨਾਰਦ ਮੁਨ। ਓਏ ਮੈਂ ਤਾਂ ਜਾਂ ਸੰਗਤ ਵਿੱਚ ਵਸਦਾ ਜਿੱਥੇ ਮੇਰੀ ਸਿਫਤ ਕੀਤੀ ਜਾਂਦੀ ਆ, ਜਾਂ ਮੈਂ ਮਨੁੱਖ ਦੇ ਅੰਦਰ ਵਸਦਾ, ਤੁਸੀਂ ਬਾਹਰੋਂ ਲੱਭਦੇ ਫਿਰਦੇ ਹੋ। ਕੋ ਸਤਨਾਮ। ਇਸ ਕਰਕੇ ਉਹ ਸਭ ਦੇ ਅੰਦਰ ਹੈ। ਪ੍ਰੀਤਮ ਜੀ ਕਹਿੰਦੇ ਜੀਤੋ ਜੀ, ਜੇ ਤੇਰਾ ਜੀ ਕਰਦਾ ਹੈ ਤਾਂ ਇਹ ਅਭਿਆਸ ਸ਼ੁਰੂ ਕਰ ਦਿਓ ਜੀ। ਸੁਣ ਸਤਿਗੁਰ ਕੇ ਬਚਗਤ ਜੋਗ, श्री जीतो जी लागी जोग। तो माता जीतो जी ने फिर ये अभ्यास आरंभ कर दिता। आप भी करिए 2 मिनट। वाह गुरु, 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 वाह वाह।
ਗੁਰੂ। ਜਦੋਂ ਬੰਦ ਕਰਨਾ ਹੈ, ਜੀ ਕਰਦਾ ਵੀ ਚੁੱਪ ਕਰ ਜੀ ਹੁਣ ਆਨੰਦ ਲੈ ਲਈਏ, ਉਦੋਂ ਕੱਲਾ ਵਾਹੇ ਕਹਿ ਕੇ ਮੂੰਹ ਬੰਦ ਕਰ ਦਿਓ। ਜਿੰਨਾ ਚਿਰ ਚੁੱਪ ਕਰਕੇ ਬੈਠਿਆ ਜਾਂਦਾ ਬੈਠੋ, ਜਦੋਂ ਉੱਠਣਾ ਫਿਰ ਗੁਰੂ ਕਹਿ ਕੇ ਧਿਆਨ ਖੋਲ ਲਓ, ਬਾਹਰ ਆ ਜਾਓ। ਇਸ ਤਰ੍ਹਾਂ ਮਾਤਾ ਜੀਤੋ ਜੀ ਨੇ ਫਿਰ ਅਭਿਆਸ ਆਰੰਭ ਕਰ ਦਿੱਤਾ ਹੈ ਜੀ। ਬੰਦਨ ਕਰ ਬੈਠੀ ਕਥਾਨ, ਸਾਧਨ ਲਾਗੀ ਸਵਾਸ ਮਹਾਨ। ਇਉਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਮਾਤਾ ਜੀਤੋ ਜੀ ਫਿਰ ਉਸੇ ਦਿਨ ਤੋਂ ਅਭਿਆਸ ਪੁੱਛ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਜਪਣਾ ਸ਼ੁਰੂ ਕੀਤਾ ਹੈ ਜੀ ਦੋਹਰਾ। ਅਲਪ ਹਾਰਨ ਹੋਏ ਕਰ ਬੈਠੇ ਆਸਨ ਧਾਰ। ਔਰ ਸਿਮਰਨ ਕਰਨ ਵਾਲੇ ਨੂੰ ਜਿਉਣ ਲਈ ਰੋਟੀ ਖਾਣੀ ਚਾਹੀਦੀ ਹੈ, ਖਾਣ ਲਈ ਪੇਟ ਭਰਨ ਲਈ ਨਹੀਂ ਖਾਣਾ ਚਾਹੀਦਾ। ਕਹੋ ਸਤਿਨਾਮ। ਕਿਉਂਕਿ ਪੇਟ ਖਾਲੀ ਚਾਹੀਦਾ ਸਿਮਰਨ ਕਰਨ ਵਾਸਤੇ। ਜਦੋਂ ਤੁਸੀਂ ਵਾਹੇ ਕਹਿੰਦੇ ਹੋ ਪੇਟ ਅੰਦਰ ਜਾਂਦਾ, ਇਹਨੂੰ ਅੰਦਰ ਜਾਣ ਵਾਸਤੇ ਥਾਂ ਚਾਹੀਦਾ, ਬਾਹਰ ਆਉਣ ਵਾਸਤੇ ਥਾਂ ਚਾਹੀਦਾ। ਜੇ ਸਪੇਸ ਹੀ ਨਾ ਹੋਈ ਫਿਰ ਸਾਹ ਕਿਵੇਂ ਲਿਆ ਜਾਊ ਤੇ ਕਿਵੇਂ ਜਪਿਆ ਜਾਊਗਾ। तो माता जीतो जी ने बहुत थोड़ा भोजन कर दिता है और एक आसन बना लिया है, उथे बैठन लगे जी। दृष्टि ठहरावे नासिका मन ते भाषण डार। और दृष्टि नूं सवासां ते ला करके मन विचों वासना फुरने आदि रोक करके जी। अष्ट महीने साध्यो जबै सिद्धा प्राप्त होई सबै। और इस तरह चलते चलते माता जीतो जी ने 6 महीने लगातार जल सिमरन किया है। साधक द्वादश मास बिताए अंतर जामता और विदताए। 6 ਮਹੀਨਿਆਂ ਵਿੱਚ ਰਿੱਧੀਆਂ ਸਿੱਧੀਆਂ ਆਉਣ ਲੱਗੀਆਂ। ਇਹ ਰਿੱਧੀਆਂ ਸਿੱਧੀਆਂ ਤਾਂ ਨਾਮ ਜਪਣ ਵਾਲਿਆਂ ਦੇ ਬਾਰ 'ਚ ਹੀ ਖੜੀਆਂ ਰਹਿੰਦੀਆਂ। ਰਿੱਧ ਸਿੱਧ ਨਾਵੇ ਕੀ ਦਾਸੀ। ਪਰਮੇਸ਼ਰ ਪਹਿਲਾਂ ਇਹਨਾਂ ਨੂੰ ਭੇਜਦਾ, ਜਾ ਪੁੱਛ ਕੇ ਆਓ ਕਿਵੇਂ ਮੈਨੂੰ ਯਾਦ ਕਰੀ ਜਾਂਦਾ, ਇਹਦਾ ਕੰਮ ਕਰਕੇ ਆਓ। ਕੋ ਸਤਨਾਮ। ਤੇ ਕਈ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਅੜ ਕੇ ਉਹਨਾਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੰਦੇ ਆ। ਬਚਨ ਪੂਰੇ ਹੋਣ ਲੱਗੇ, ਫਲਾਣੇ ਦੇ ਮੁੰਡਾ ਹੋ ਗਿਆ, ਫਲਾਣੇ ਦੇ ਉਹਦੇ ਕਹਿਣ ਨਾਲ ਕੁੜੀ ਹੋ ਗਈ, ਕਿਸੇ ਦੇ ਕੁਛ ਹੋ ਗਿਆ। ਪਰ ਹੁੰਦਾ ਕੀ ਇਹਦੇ ਨਾਲ? ਖਜ਼ਾਨਾ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਸਿਮਰਨ ਵਾਲੇ ਪਾਸੇ ਦਾ। ਕੋਈ ਸਤਨਾਮ। ਇਹਨਾਂ ਤੋਂ ਕੰਮ ਨਹੀਂ ਲੈਣਾ ਆਪਾਂ। ਸਹਿਜ ਸੁਭਾਅ ਟੈਂਕੀ ਓਵਰਫਲੋ ਹੋ ਕੇ ਡੁੱਲਦੀ ਹੈ, ਡੁੱਲੀ ਜਾਵੇ, ਪਰ ਆਪਦੀ ਮਰਜ਼ੀ ਨਾਲ ਨਹੀਂ ਟੂਟੀ ਖੋਲਣੀ। ਕੋ ਸਤਨਾਮ। ਇਸ ਕਰਕੇ ਕਿ ਆਪਣੇ ਮੂੰਹ ਦੇ ਨਾਲ ਫਿਰ ਇਹਨਾਂ ਰਿੱਧੀਆਂ ਸਿੱਧੀਆਂ ਦੇ ਰਾਹੀਂ ਬਚਨ ਕਰਨੇ। ਤੇਰਾ ਐਂ ਹੋ ਜਾਊਗਾ, ਫਿਕਰ ਨਾ ਕਰ, ਮੈਂ ਕਹਿਣਾ ਹੋ ਜਾਊਗਾ, ਹੋ ਜਾਂਦਾ ਹੈ, ਪਰ ਉਹਨਾਂ ਤੋਂ ਕੰਮ ਲੈਣਾ ਨਹੀਂ। 6 ਮਹੀਨਿਆਂ ਵਿੱਚ ਤਾਂ ਕਹਿੰਦੇ ਮਾਤਾ ਜੀ ਕੋਲ ਰਿੱਧੀਆਂ ਸਿੱਧੀਆਂ ਹੱਥ ਬੰਨ੍ਹ ਖੜੀਆਂ, ਦੱਸੋ ਕੀ ਹੁਕਮ ਹੈ। ਪਰ ਮਾਤਾ ਜੀ ਇਹਨਾਂ ਵੱਲ ਧਿਆਨ ਨਹੀਂ ਦਿੰਦੇ। ਔਰ ਜਦੋਂ 1 ਸਾਲ ਬਤੀਤ ਹੋਇਆ ਤੇ ਮਾਤਾ ਜੀ ਦੇ ਅੰਦਰ ਅੰਤਰਜਾਮਤਾ ਪ੍ਰਗਟ ਹੋ ਗਈ, ਦਿਵ ਦ੍ਰਿਸ਼ਟੀ ਖੁੱਲ ਗਈ। ਸੇ ਅੱਖੜੀਆਂ ਬਿਆਨ ਜਿਨੀ ਦਸੰਦੜੋ ਮਾਂ ਪੀਰੀ, ਉਹ ਅੱਖਾਂ ਹੋਰ ਹੈ। ਇਹ ਸ਼ਬਦ ਪੜ੍ਹ ਕੇ ਐਂ ਲੱਗਦਾ ਵੀ ਅੱਖਾਂ ਕਿਤੋਂ ਖਰੀਦਣੀਆਂ ਪੈਣਗੀਆਂ। ਨਹੀਂ, ਅੱਖਾਂ ਇਹੀ ਰਹਿਣਗੀਆਂ। ਇਹਨਾਂ ਅੱਖਾਂ ਦੇ 4 ਹਿੱਸੇ ਕਰ ਲਓ। 3 ਹਿੱਸੇ ਬੰਦ ਕਰ ਦਿਓ, ਚੌਥਾ ਹਿੱਸਾ ਖੁੱਲ੍ਹਾ ਰੱਖੋ। ਉਹ ਚੌਥੇ ਹਿੱਸੇ ਦੇ ਦੇਖਦਿਆਂ ਹੋਇਆਂ ਸਿਮਰਨ ਕਰਨਾ ਹੈ। ਸਿਮਰਨ ਕਰਦਿਆਂ ਹੋਇਆਂ ਫਿਰ ਤੁਸੀਂ ਇਹ ਵੀ ਖਿਆਲ ਨਹੀਂ ਰੱਖਣਾ ਅੱਖਾਂ ਦਾ ਫਿਰ ਅੰਦਰ ਵੜ ਜਾਣਾ ਹੈ। ਫਿਰ ਇਹਨਾਂ ਪਲਕਾਂ ਦਾ ਇਹ ਨਹੀਂ ਖਿਆਲ ਰੱਖਣਾ ਕਿ ਬੰਦ ਕਰਾਂ ਕਿ ਖੁੱਲ੍ਹੀਆਂ ਰੱਖਾਂ। ਫਿਰ ਉਹਦੀ ਮੌਜ ਆ। ਜਿਸ ਤਰ੍ਹਾਂ ਸਾਡੇ ਬੱਸ ਅੱਡੇ 'ਤੇ ਬੱਸ ਆ ਕੇ ਖੜੀ ਤਾਂ ਕੀ ਹੋਇਆ, ਬਾਰੀਆਂ ਖੁੱਲ੍ਹ ਗਈਆਂ, ਅਸੀਂ ਅੰਦਰ ਵੜ ਗਏ, ਬੱਸ ਚੱਲ ਪਈ, ਬਾਰੀਆਂ ਬੰਦ ਹੋ ਗਈਆਂ। ਇਹ ਸਿਰਫ ਓਨਲੀ ਅਭਿਆਸ ਕਰਨ ਵਾਸਤੇ ਸ਼ੁਰੂਆਤ ਵਿੱਚ ਅਸੀਂ ਇੱਥੇ ਤਾਂ ਦੇਖਦੇ ਹਾਂ ਤਾਂ ਕਿ ਮਨ ਭੱਜੇ ਨਾ, ਮਨ ਨੂੰ ਖੜਨ ਦੀ ਆਦਤ ਪੈ ਜਾਵੇ। ਇੱਥੇ ਹੌਲੀ ਹੌਲੀ ਸਾਡਾ ਮਨ ਜਦੋਂ ਅੰਦਰ ਵੜ ਗਿਆ, ਫਿਰ ਇਹ ਬਾਰੀਆਂ ਬੰਦ ਹੋਣ ਜਾਂ ਖੁੱਲ੍ਹੀਆਂ ਰਹਿਣ, ਇੱਧਰ ਖਿਆਲ ਛੱਡ ਕੇ ਫਿਰ ਅੰਦਰ ਜਾ ਕੇ ਸੁਣਨਾ ਵੀ ਅੰਦਰ ਕੀ ਹੋ ਰਿਹਾ ਹੈ। ਕੋ ਸਤਨਾਮ। ਅੰਦਰ ਜਾ ਕੇ ਦੇਖਣਾ ਫਿਰ ਆਪਾਂ। ਤਾਂ ਮਾਤਾ ਜੀ ਨੇ 12 ਮਹੀਨੇ ਭਾਵ 1 ਸਾਲ ਦੇ ਵਿੱਚ ਅੰਤਰਜਾਮਤਾ ਪ੍ਰਾਪਤ ਕਰ ਲਈ, ਭਾਵ ਦਿਵ ਦ੍ਰਿਸ਼ਟੀ ਖੁੱਲ ਗਈ। ਆ ਕੰਧ ਦੇ ਪਰਲੇ ਪਾਸੇ ਕੀ ਹੋ ਰਿਹਾ ਹੈ ਇੱਥੋਂ ਤੱਕ ਵੀ ਦਿਸਣਾ ਸ਼ੁਰੂ ਹੋ ਜਾਂਦਾ ਹੈ। ਦੂਰ ਦੂਰ ਤੱਕ ਜਿਵੇਂ ਬਾਬਾ ਨਾਨਕ ਜੀ ਤਾਂ ਬਹੁਤ ਵੱਡੀ ਗੱਲ ਹੈ, ਉਹ ਨਨਕਾਣਾ ਸਾਹਿਬ ਬੈਠੇ ਹੈ ਤੇ ਸੰਗਲਾ ਦੀਪ ਦਾ ਰਾਜਾ ਯਾਦ ਕਰ ਰਿਹਾ ਹੈ। ਤੇ ਭਾਈ ਬਾਲੇ ਹੋਰਾਂ ਨੂੰ ਕਹਿੰਦੇ, ਬਾਲਿਆ ਇੱਕ ਯਾਤਰਾ ਹੋਰ ਕਰਕੇ ਆਈਏ, ਹੁਣ ਆਪਾਂ ਮਾਰੇ ਹੁਕਮ ਕਰੋ। 10 ਮਰਦਾਨੀਆਂ ਕਿੱਧਰ ਚੱਲੀਏ ਮਹਾਰਾਜ? ਜਿੱਧਰ ਤੁਹਾਡਾ ਹੁਕਮ ਹੈ, ਅਸੀਂ ਤਾਂ ਪਿੱਛੇ ਪਿੱਛੇ, ਤੁਸੀਂ ਅੱਗੇ ਅੱਗੇ। ਤਾਂ ਉਹ ਯਾਦ ਕਰਦਾ ਸੀ, ਉੱਥੇ ਪਹੁੰਚੇ। ਇੱਕ ਦਿਨ ਵਿਹੜੇ ਦੇ ਵਿੱਚ ਪਏ ਨੇ ਬਾਬਾ ਨਾਨਕ ਜੀ ਤੇ ਮਾਤਾ ਤ੍ਰਿਪਤਾ ਜੀ ਨੇ ਸਵੇਰ ਦਾ ਪ੍ਰਸ਼ਾਦਾ ਤਿਆਰ ਕੀਤਾ। ਇਹ ਵਿਹੜੇ ਵਿੱਚ ਮੂੰਹ ਤੇ ਸਰੀਰ ਤੇ ਚਾਦਰ ਲਈ ਪਏ ਨੇ।
ਮੂੰਹ ਢੱਕਿਆ, ਉਧਰੋਂ ਪੈਰ ਨੰਗਾ ਹੋ ਗਿਆ, ਚਾਦਰ ਖਿੱਚੀ ਗਈ ਗਾਹਾਂ ਨੂੰ। ਤੇ ਮਾਤਾ ਜੀ ਨੌਕਰ ਕਹਿੰਦੇ ਕੁੜੇ ਜਾ ਨਾਨਕ ਨੂੰ ਉਠਾ ਦੇ, ਰੋਟੀ ਖਾ ਲੂਗਾ, ਠੰਡੀ ਹੁੰਦੀ ਆ। ਹੁਣ ਨੌਕਰਾਣੀ ਨੇ ਗੁਰੂ ਪਾਤਸ਼ਾਹ ਜੀ ਦੀ ਮਹਿਮਾ ਸੁਣੀ ਸੀ ਲੋਕਾਂ ਦੇ ਕੋਲੋਂ, ਕਦੇ ਵੈਦ ਨੇ ਸੁਣਾਤੀ, ਕਦੇ ਮਾਸਟਰ ਨੇ ਸੁਣਾਤੀ, ਕਦੇ ਆਪਣੇ ਜਿਹੜਾ ਉੱਥੋਂ ਦਾ ਕਾਨੋ ਗੋ ਸੀਗਾ ਰਾਏ ਬੁਲਾਰ, ਕਦੇ ਉਹਨੇ ਕਹਿਣਾ ਵੀ ਤੁਹਾਡਾ ਨਾਨਕ ਤਾਂ ਭਾਈ ਰੱਬ ਆ। ਇਹ ਨੌਕਰਾਣੀ ਜਦੋਂ ਜਗਾਉਣ ਵਾਸਤੇ ਗਈ ਨਾ ਤੇ ਇਸ ਦਾ ਧਿਆਨ ਗਿਆ ਚਰਨਾਂ ਦੇ ਵੱਲ। ਇਹਨੇ ਸੋਚਿਆ ਬਈ ਕਹਿੰਦੇ ਹੁੰਦੇ ਆ ਮਹਾਂਪੁਰਸ਼ਾਂ ਚਰਨਾਂ 'ਚ ਧੂੜ ਲਈਦੀ ਆ, ਅੱਜ ਤਾਂ ਮੌਕਾ ਲੱਗ ਗਿਆ, ਇਹ ਸੁੱਤੇ ਪਏ ਆ ਤੇ ਆਪਾਂ ਪੈਰਾਂ ਹੇਠੋਂ ਧੂੜ ਹੀ ਲੈ ਲਈਏ। ਕੋ ਸਤਿਨਾਮ। ਭੋਲੇ ਭਾਏ ਜਗਾਉਣ ਦੀ ਬਜਾਏ ਉਹ ਪੈਰਾਂ ਵਾਲੇ ਪਾਸੇ ਚੌਕੜੀ ਮਾਰ ਕੇ ਬੈਠ ਗਈ ਤੇ ਜੀਭ ਜਿਹੜੀ ਹੈ ਪੈਰ ਦੀ ਤਲੀ ਤੇ ਲਾ ਲਈ। ਕੋ ਸਤਿਨਾਮ। ਬਸ ਇੱਕ ਟੱਚ ਕਰਨ ਦੀ ਦੇਰ ਸੀ ਕਿ ਉਸ ਵੀ ਧਿਆਨ ਜੁੜ ਗਿਆ। ਧਿਆਨ ਜੁੜਿਆ, ਨੇਤਰ ਬੰਦ ਹੋ ਗਏ ਔਰ ਦੂਜੇ ਪਾਸੇ ਦਿਵ ਦ੍ਰਿਸ਼ਟੀ ਖੁੱਲੀ ਤੇ ਕੀ ਦੇਖਦੀ ਆ ਟੈਲੀਵਿਜ਼ਨ ਵਾਂਗੂ ਕਿ ਬਾਬਾ ਨਾਨਕ ਕਿਸੇ ਦਰਿਆ ਦੇ ਵਿੱਚ ਇੱਕ ਜਹਾਜ਼ ਨੂੰ ਧੱਕਾ ਲਾਈ ਜਾਂਦਾ। ਕਹੋ ਸਤਿਨਾਮ। ਉਸ ਆਨੰਦ ਵਿੱਚ ਬੈਠੀ ਰਹੀ। ਹੁਣ ਬੇਬੇ ਨੇ ਉਡੀਕਿਆ, ਹੁਣ ਵੀ ਆਏ, ਹੁਣ ਵੀ ਆਜ ਮਾਰੀ, ਕੋਲੇ ਠਾਤਾ, ਧਿਆਨ ਖੁੱਲਿਆ, ਉੱਠ ਕੇ ਆ ਗਈ। ਜਗਾਇਆ ਨਹੀਂ ਨਾਨਕ ਨੂੰ, ਕਹਿੰਦੀ ਜਗਾਵਾਂ ਤਾਂ ਜੀ ਇੱਥੇ ਹੋਵੇ। ਕਹਿੰਦੀ ਉਹ ਮੰਜੇ ਤਾਂ ਪਿਆ, ਕਹਿੰਦੀ ਕਿੱਥੇ, ਉਹ ਤਾਂ ਇੱਕ ਦਰਿਆ ਦੇ ਵਿੱਚ ਜਹਾਜ਼ ਨੂੰ ਧੱਕਾ ਲਾਈ ਜਾਂਦਾ, ਪਤਾ ਨਹੀਂ ਕਿਹਦਾ ਜਹਾਜ਼ ਆ। ਹੁਣ ਮਾਤਾ ਤ੍ਰਿਪਤਾ ਜੀ ਕਹਿੰਦੇ ਲੋਕ ਤਾਂ ਮਜ਼ਾਕ ਕਰਦੇ ਸੀਗੇ ਸਾਡੇ ਨਾਨਕ ਦੇ ਬਾਰੇ, ਹੁਣ ਤਾਂ ਨੌਕਰ ਵੀ ਮਜ਼ਾਕ ਕਰਨ ਲੱਗ ਪਏ। ਬੇਬੇ ਉਸੇ ਤਰ੍ਹਾਂ ਕਾਲੀ ਕਾਲੀ ਚੁੱਠੀ ਜਾ ਕੇ ਚਾਦਰ ਲਾਹੀ, ਵੇ ਨਾਨਕ ਉੱਠ, ਰੋਟੀ ਠੰਡੀ ਹੁੰਦੀ ਆ, ਖਾ ਲਾ। ਤੇ ਸਪੀਡ ਕਿੰਨੀ ਆ ਸਾਡੀ ਆਤਮਾ ਦੀ, ਇੱਕ ਨਿਮਖ ਮਾਂ 4 ਕੁੰਠ ਫਿਰ ਆਵੇ। ਬੇਬੇ ਦੀ ਆਵਾਜ਼ ਮਾਰਨੀ ਤੇ ਆ ਕੇ ਉਹ ਜੋਤ ਪ੍ਰਵੇਸ਼ ਹੋਈ ਤੇ ਨਾਨਕ ਜੀ ਉੱਠ ਬੈਠੇ ਹੋਏ, ਚੁੱਲ੍ਹੇ ਕੋਲੇ ਆ ਕੇ ਬਹਿ ਗਏ। ਮਾਤਾ ਨੇ ਪ੍ਰਸ਼ਾਦਾ ਪਾ ਕੇ ਰੱਖਦਾ ਮੂਹਰੇ, ਨਾਲੇ ਪ੍ਰਸ਼ਾਦਾ ਛਕਾਉਣ ਲੱਗੀ ਤੇ ਨਾਲੇ ਕਹਿੰਦੀ ਪੁੱਤ ਸਿਆਣਾ ਬਣ। ਕਿਉਂ ਬੇਬੇ ਕੀ ਹੋ ਗਿਆ? ਅੱਗੇ ਤਾਂ ਲੋਕ ਤੈਨੂੰ ਮਜ਼ਾਕ ਕਰਦੇ ਸੀਗੇ ਕਿ ਕਾਲੂ ਦਾ ਮੁੰਡਾ ਕੋਈ ਕੰਮ ਕਰਨ ਜੋਗਾ ਨਹੀਂਗਾ, ਤੇ ਹੁਣ ਤਾਂ ਨੌਕਰ ਵੀ ਮਜ਼ਾਕ ਕਰਦੇ ਆ। ਕਹਿੰਦੇ ਕਿਵੇਂ? ਮੈਂ ਇਹਨੂੰ ਉਠਾਉਣ ਵਾਸਤੇ ਭੇਜਿਆ, ਉਲਟਾ ਮੈਨੂੰ ਕਹਿੰਦੀ ਨਾਨਕ ਤਾਂ ਕਿਸੇ ਦਰਿਆ ਦੇ ਵਿੱਚ ਜਹਾਜ਼ ਨੂੰ ਧੱਕਾ ਲਾਈ ਜਾਂਦਾ ਹੈ। ਇਹਨੇ ਕਿਵੇਂ ਦੇਖ ਲਿਆ? ਕਹੋ ਸਤਿਨਾਮ। ਬਾਬੇ ਨੂੰ ਪਤਾ ਹੀ ਸੀ ਉਹ ਗਏ ਸੀਗੇ, ਪਰ ਇਹਨੇ ਵੇਖ ਲਿਆ। ਸਤਿਗੁਰ ਫਿਰ ਕੀ ਕਹਿੰਦੇ ਐ, ਕਿਨਕਾ ਏਕ ਜੇ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਬਾਬਾ ਨਾਨਕ ਜੀ ਉਸ ਨੌਕਰਾਣੀ ਨੂੰ ਕੀ ਕਹਿੰਦੇ? ਆਪਣੀ ਬੇਬੇ ਨੂੰ ਕਹਿੰਦੇ ਬੇਬੇ ਇਹ ਝੱਲੀ ਹੈ, ਇਹਦਾ ਵਿਸ਼ਵਾਸ ਨਾ ਕਰਿਆ ਕਰੋ। ਇੰਨਾ ਕਹਿਣਾ ਸੀ ਕਿ ਉਹ ਝੱਲੀ ਹੋ ਗਈ, ਭਾਵ ਮਸਤ ਹੋ ਗਈ, ਕਮਲੀ ਹੋ ਕੇ ਗਲੀਆਂ 'ਚ ਨਹੀਂ ਭੱਜੀ। ਬੋਲਣਾ ਬੰਦ ਕਰਤਾ ਉਹਦਾ ਵੀ ਜੇ ਸਹੁਰੀ ਨੂੰ ਇੱਕਾ ਮਿਲ ਹੀ ਗਿਆ ਹੈ ਤੇ ਫਿਰ ਹੁਣ ਖਰਾਬ ਕਿਉਂ ਕਰਦੀ ਹੈ ਰੌਲਾ ਪਾ ਕੇ। ਕਹੋ ਸਤਿਨਾਮ। ਮੇਰੀ ਬੇਬੇ ਨੂੰ ਤਾਂ ਦੱਸਤਾ ਇਸ ਨੇ, ਕਿਤੇ ਹੋਰ ਨਾ ਰੌਲਾ ਪਾਉਂਦੀ ਫਿਰੇ। ਐਸੀ ਬਾਬੇ ਨੇ ਬਚਨ ਕੀਤਾ, ਇਹ ਝੱਲੀ ਹੈ, ਇਹਦਾ ਵਿਸ਼ਵਾਸ ਨਾ ਕਰਿਆ ਕਰੋ। ਆਪਣੀ ਪਾਵਰ ਲੁਕਾਉਣੀ ਸੀ ਤੇ ਉਹਦੀ ਵੀ ਬਚਾਉਣੀ ਸੀ। ਕਹੋ ਸਤਿਨਾਮ। ਤੇ ਉਹ ਐਸੀ ਮਸਤ ਹੋਈ, ਮੁੜ ਕੇ ਜ਼ਿੰਦਗੀ ਭਰ ਕੰਮ ਤਾਂ ਕਰਦੀ ਰਹੀ ਮਾਤਾ ਤ੍ਰਿਪਤਾ ਜੀ ਕੋਲ, ਪਰ ਬੋਲੀ ਨਹੀਂ ਕਿਸੇ ਨਾਲ, ਉਸ ਦਾ ਆਨੰਦ ਮਾਣਦੀ ਰਹੀ। ਮਾਤਾ ਜੀਤੋ ਜੀ ਦੇ ਕੋਲ ਵੀ ਸਾਲ ਦੇ ਬਾਅਦ ਇਹ ਅਵਸਥਾ ਪ੍ਰਾਪਤ ਹੋਈ ਹੈ। ਭੂਤ ਭਵਿਖਿਅਤ ਕੀ ਸਭ ਬਾਤ, ਭਈ ਹਿਰਦੇ ਮੈਂ ਸਭ ਵਿਖਿਆਤ। ਔਰ ਬੀਤਾ ਸਮਾਂ, ਆਉਣ ਵਾਲਾ ਸਮਾਂ ਮਾਤਾ ਜੀ ਨੂੰ ਦਿਖਾਈ ਦੇਣ ਲੱਗਿਆ ਹੈ ਜੀ। ਗੁਰ ਕੀ ਗਤ ਜਬ ਮਨ ਜਾਣੀ, ਜੰਗ ਵਿੱਚ ਹੋਏ ਸੰਤ ਕਹਾਣੀ। ਇੱਕ ਦਿਨ ਦੀ ਗੱਲ ਹੈ, ਮਾਤਾ ਜੀਤੋ ਜੀ ਨੇ ਦੇਖ ਲਿਆ ਹਜੇ ਤਾਂ ਆਨੰਦਪੁਰ ਵਸਦਾ ਰਸਦਾ ਹੈ, ਪਰ ਪਤਾ ਨਹੀਂ ਕਦੋਂ ਜੰਗ ਹੋ ਜਾਣ। ਪਹਿਲਾਂ ਵੀ ਜੰਗ ਹੋਇਆ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਹੋਇਆ। ਮਾਤਾ ਨੇ ਵੇਖਿਆ ਕਿ ਜੰਗ ਹੋਣਗੇ ਤੇ ਮੇਰੀ ਸੰਤਾਨ, ਚਾਰੇ ਬੱਚੇ ਜੰਗਾਂ ਵਿੱਚ ਮਾਰੇ ਜਾਣਗੇ, ਤੇ ਗੁਰੂ ਪਾਤਸ਼ਾਹ ਨੂੰ ਇਹ ਪੁੱਛਦੀ ਹੈ ਤੇ ਗੁਰੂ ਪਾਤਸ਼ਾਹ ਜੀ ਉਹਦਾ ਕੀ ਜਵਾਬ ਦਿੰਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं जन गुणतास, हे संगी हे निरंकार हे निर्गुण सब
टेक हे गोबिंद हे गुण निधान जाके सदा विवेक हे अपरंपर हर हरे के हो बनहार हे संत के सदा संग करा आधार हे ठाकुर हौं दास रो निर्गुण गुण नहीं कोई नानक दीजै नाम दान कोई परोए आए प्रभ शरणागति कृपा नित दयाल एक अखर हर मन बसत होत निहाल एक ओंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਗੁਰੂ ਜੀ ਸਰਵਣ ਕੀਤਾ। ਆਓ ਕੀਰਤਨ ਦਾ ਸਮਾਂ ਹੋ ਰਿਹਾ, ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ